ਸੋਨੀਆ ਮਾਨ ਨੂੰ ਆਫਰ ਤੁਸੀਂ ਗੱਲ ਕਰ ਰਹੇ ਸੀ ਕਿ ਸਾਰੀਆਂ ਪਾਰਟੀਆਂ ਦੇ ਵਿੱਚੋਂ ਅਕਾਲੀ ਦਲ ਦੇ ਵਿੱਚੋਂ ਕਿਹਨਾਂ ਨੇ ਤੁਹਾਨੂੰ ਮਤਲਬ ਆਫਰ ਕੀਤਾ ਸੀ? ਸੁਖਬੀਰ ਜੀ ਨੇ ਕੀਤਾ ਸੀਗਾ। ਕਾਂਗਰਸ ਦੇ ਵਿੱਚੋਂ ਸਿੱਧੂ ਸਾਹਿਬ ਨੇ ਕੀਤਾ ਸੀਗਾ ਜੀ, ਕੈਪਟਨ ਸਾਹਿਬ ਨੇ ਕੀਤਾ ਸੀਗਾ, ਤੇ ਆਮ ਆਦਮੀ ਪਾਰਟੀ ਕੇਜਰੀਵਾਲ ਜੀ ਨੇ ਕੀਤਾ ਸੀਗਾ, ਭਗਵੰਤ ਮਾਨ ਜੀ ਨੇ ਕੀਤਾ ਸੀਗਾ। ਭਾਜਪਾ ਦੇ ਵਿੱਚੋਂ ਵੀ ਮੈਨੂੰ ਕਿਹਨੂੰ ਕਹਿੰਦੇ ਆ, ਸੀਐਮ ਚੰਨੀ ਦਾ ਜ਼ਿਕਰ ਨਹੀਂ ਕੀਤਾ ਤੁਸੀਂ ਕੀਤਾ ਬਿਕਾਜ਼ ਆਈ ਡੋਂਟ ਨੋ ਹਿਮ। ਫਿਰ ਵੀ ਇਹ ਇਲਜ਼ਾਮ ਲੱਗਦੇ ਨੇ ਜਾਂ ਕਹਿ ਲਈਏ ਚਰਚਾਵਾਂ ਚੱਲਦੀਆਂ ਨੇ ਕਿ ਸੋਨੀਆ ਮਾਨ ਕਿਸਾਨੀ ਅੰਦੋਲਨ ਦੀ ਪੌੜੀਆਂ ਛੱਡ ਕੇ ਸਿਆਸਤ ਵਿੱਚ ਆਉਣਾ ਚਾਹੁੰਦੇ। ਪੋਲਿਟਿਕਸ ਇਜ਼ ਅ ਵੈਰੀ ਬੈਡ ਗੇਮ। ਇੱਕ ਜਿਹੜਾ ਕੈਂਡੀਡੇਟ ਚੁਣ ਕੇ ਜਾਂਦਾ ਹੈ ਰਾਈਟ, ਔਰ ਉਹ ਲੋਕਾਂ ਦੀ ਵੋਟ, ਉੱਥੇ ਕੋਈ ਪੈਸੇ ਨਹੀਂ ਚੱਲਦੇ, ਉੱਥੇ ਕੋਈ ਸ਼ਰਾਬ ਦੀ ਬੋਤਲ ਨਹੀਂ ਚੱਲਦੀ, ਉੱਥੇ ਲੋਕੀ ਬਹੁਤ ਇਮਾਨਦਾਰੀ ਦੇ ਨਾਲ ਕੋਈ ਕੈਂਡੀਡੇਟ ਚੁਣਦੇ ਨੇ, ਔਰ ਜੇ ਨਹੀਂ ਕੋਈ ਕੰਮ ਕਰਦਾ ਤੇ ਅਗਲੀ ਵਾਰੀ ਕਾਂਟਾ ਮਾਰ ਦਿੰਦੇ ਨੇ। ਤੇ ਪਾਪਾ ਦੇ ਫਰੈਂਡ ਆ ਬਟ ਦੇ ਆਰ ਇਨਟੂ ਇਟ, ਉਹ ਕਰ ਰਹੇ ਨੇ, ਮਤਲਬ ਜਥੇਬੰਦੀ ਚਲਾ ਰਹੇ ਨੇ, ਆਪਣਾ ਕਰ ਰਹੇ ਨੇ। ਬਟ ਮੈਨੂੰ ਇਹ ਲੱਗਦਾ ਹੈ ਕਿ ਅੱਜ ਦੀ ਜਿਹੜੀ ਪੋਲਿਟਿਕਸ ਹੈ ਉਹ ਬਹੁਤ ਡਿਫਰੈਂਟ ਆ ਉਦੋਂ ਦੀ ਪੋਲਿਟਿਕਸ ਨਾਲ। ਉਗਾਹਾ ਸਾਹਿਬ ਦਾ ਇੱਕ ਬਿਆਨ ਆਇਆ ਸੀ ਕਿ 24 ਜਥੇਬੰਦੀਆਂ ਭੁਲੇਖਾ ਕਰ ਦੇਣ ਕਿ ਸਿਸਟਮ ਦੇ ਵਿੱਚ ਆ ਕੇ ਉਹ ਕੁਝ ਸੁਧਾਰ ਕਰ ਸਕਣ, ਜਾਂ ਉਹਨਾਂ ਦੇ ਬਿਆਨ ਨੂੰ ਕਿੰਝ ਵੇਖਦੇ? ਬਿਲਕੁਲ ਸਹੀ ਕਹਿ ਰਹੇ ਨੇ। ਉਗਾਹਾ ਸਾਹਿਬ ਇਲੈਕਸ਼ਨ ਲੜਦੇ ਤੇ ਜ਼ਰੂਰ ਮੈਂ ਉਹਨਾਂ ਨੂੰ ਸਪੋਰਟ ਕਰਦੀ। ਤੁਹਾਡੀ ਇੱਕ ਮੈਂ ਇੰਟਰਵਿਊ ਦੇਖੀ ਸੀ, ਉਸ ਦੇ ਵਿੱਚ ਤੁਸੀਂ ਕਿਹਾ ਸੀ ਕਿ ਸਿਸਟਮ ਨੂੰ ਜੇ ਸੁਧਾਰਨਾ ਤੇ ਸਾਨੂੰ ਉਹਦੇ ਵਿੱਚ ਆਉਣਾ ਚਾਹੀਦਾ ਹੈ। ਮੈਂ ਉਹਦੇ ਨਾਲ ਹੀ ਕਹਿ ਰਹੀ ਹਾਂ ਕਿ ਚੰਗੇ ਲੋਕਾਂ ਨੂੰ ਆਉਣਾ ਚਾਹੀਦਾ ਹੈ। ਬਟ ਜਦੋਂ ਮੈਂ ਤੁਹਾਨੂੰ ਦੇਖ ਰਹੀ ਹਾਂ ਵੀ ਇਹਨਾਂ 'ਚ ਤੇ ਉਹਨਾਂ 'ਚ ਕੋਈ ਫਰਕ ਹੀ ਨਹੀਂ ਹੈ, ਜਦੋਂ ਖੁਦ ਹੀ ਇਹ ਪੋਲਿਟਿਕਸ ਕਰਕੇ ਸਹੀ ਬੰਦਿਆਂ ਨੂੰ ਟਿਕਟਾਂ ਹੀ ਨਹੀਂ ਦੇ ਰਹੇ ਤੇ ਫਿਰ ਕੀ ਹੈ, ਕੀ ਫਰਕ ਹੈ? ਬਟ ਜਦੋਂ ਮੈਂ ਗਰਾਊਂਡ ਲੈਵਲ ਦੇ ਉੱਤੇ ਰਿਐਲਿਟੀ ਦੇਖੀ ਹੈ, ਉਹ ਮੈਂ ਇਹ ਦੇਖੀ ਹੈ ਵੀ ਹਰ ਕੋਈ ਇਨਸਾਨ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਇੰਨਾ ਗੂੜਤਾ ਦੇ ਨਾਲ ਜੁੜਿਆ ਹੋਇਆ ਹੈ। ਤੁਸੀਂ ਜ਼ਿਕਰ ਕੀਤਾ ਸੀ ਕਿ ਜੇ ਐਸਐਸਐਮ ਮੈਨੂੰ ਮੌਕਾ ਦਿੰਦਾ ਮੈਂ ਰਾਜੇ ਸੰਸੀ ਤੋਂ ਉੱਥੋਂ ਲੜਨ ਦੇ ਲਈ ਤਿਆਰ ਹਾਂ, ਜੇ ਹੁਣ ਤੁਹਾਨੂੰ ਮੌਕਾ ਦਿੱਤਾ ਜਾਂਦਾ ਕਿ ਤੁਸੀਂ? ਬਿਲਕੁਲ ਨਹੀਂ। ਜੇ ਸੋਨੀਆ ਮਾਨ ਨੇ ਲੜਨਾ ਹੋਵੇ ਤੇ ਉਹ ਪਾਵਰਫੁਲ ਪਾਰਟੀ ਤੋਂ ਲੜੇ। ਮੈਨੂੰ ਭਗਵੰਤ ਮਾਨ ਭਾਜੀ ਨੇ ਰਾਜਸਥਾਨ ਸੀ ਕਿੰਨੀ ਵਾਰੀ ਕਿਹਾ ਤੂੰ ਇੱਥੋਂ ਲੜ ਲਾ। ਮੈਨੂੰ ਮੁਹਾਲੀ ਵਾਸਤੇ ਵੀ ਕਿਹਾ ਸੀਗਾ ਉਹਨਾਂ ਨੇ, ਮੈਂ ਮੁਹਾਲੀ ਵੀ ਨਹੀਂ ਲੜੀ। ਮੈਨੂੰ ਅਕਾਲੀ ਦਲ ਨੇ ਵੀ ਕਿਹਾ, ਮੈਨੂੰ ਕਾਂਗਰਸ ਨੇ ਵੀ ਕਿਹਾ, ਮੈਨੂੰ ਬੀਜੇਪੀ ਨੇ ਵੀ ਕਿਹਾ। ਜੇ ਸੋਨੀਆ ਮਾਨ ਨੂੰ ਲਾਲਚ ਹੁੰਦਾ ਅੱਜ ਮੈਂ ਕਿਸੇ ਨਾ ਕਿਸੇ ਪਾਰਟੀ ਦੇ ਪਟਾਰੇ ਦੇ ਵਿੱਚ ਬੈਠੀ ਹੁੰਦੀ ਨਾ। ਮੇਰੇ ਫਾਦਰ ਦਾ ਆਧਾਰ ਸੀਗਾ ਸਾਡੇ ਇਲਾਕੇ 'ਚ, ਉਦੋਂ ਕਿਉਂ ਨਹੀਂ ਲੜੀ? ਮੈਂ 5 ਸਾਲ ਉਦੋਂ ਵੀ ਕੰਮ ਕਰਕੇ ਮੈਂ ਇਲੈਕਸ਼ਨ ਲੜ ਸਕਦੀ ਸੀਗੀ ਜੇ ਉਹ ਲੜਦੇ ਸੀਗੇ। ਸਤਿ ਸ਼੍ਰੀ ਅਕਾਲ, ਦਾ ਸਮਰ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕੌਰ ਸਮਰਾ। ਸੋ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਨੂੰ ਲੈ ਕੇ ਚੋਣ ਅਖਾੜਾ ਜਿਹੜਾ ਲਗਾਤਾਰ ਭਖਿਆ ਹੋਇਆ ਹੈ, ਸਿਆਸਤ ਭਖੀ ਹੋਈ ਹੈ ਤੇ ਇਸੇ ਦੇ ਵਿਚਾਲੇ ਸਿਆਸਤ ਦੇ ਵਿੱਚ ਕਲਾਕਾਰ ਆ ਰਹੇ ਨੇ ਤੇ ਜਿਹੜੇ ਸਿਆਸਤਦਾਨ ਪਹਿਲਾਂ ਹੀ ਸਿਆਸਤ ਦੇ ਵਿੱਚ ਨੇ ਉਹ ਸਿਆਸਤ ਦੇ ਕਲਾਕਾਰ ਬਣਦੇ ਨਜ਼ਰ ਆ ਰਹੇ ਨੇ। ਸੋ ਅੱਜ ਉਸ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਜੋ ਇੱਕ ਕਲਾਕਾਰ ਨੇ, ਸਮਾਜ ਸੇਵੀ ਵੀ ਨੇ ਤੇ ਕਿਸਾਨੀ ਅੰਦੋਲਨ ਦੀ ਹਮਾਇਤ ਵੀ ਪਹਿਲੀਆਂ ਦੇ ਵਿੱਚ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਤੇ ਹੁਣ ਚਰਚਾਵਾਂ ਨੇ ਕਿ ਉਹ ਸਿਆਸਤ ਦੇ ਵਿੱਚ ਆ ਸਕਦੇ ਨੇ। ਸੋ ਸੋਨੀਆ ਮਾਨ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਹੈ ਤੁਹਾਡਾ ਦਾ ਸਮਰ ਨਿਊਜ਼ ਤੇ। ਸਤਿ ਸ਼੍ਰੀ ਅਕਾਲ ਜੀ। ਗੱਲ ਸਭ ਤੋਂ ਪਹਿਲਾਂ ਕਰਾਂਗੇ, ਮੈਂ ਰੂਬਰੂ ਤੁਹਾਨੂੰ ਕਰਵਾਇਆ ਕਿ ਇੱਕ ਸਿਆਸਤਦਾਨ ਦੇ ਵਿੱਚ ਸਿਆਸਤ ਦੇ ਵਿੱਚ ਹੁੰਦੀਆਂ ਚਰਚਾਵਾਂ ਨੇ, ਕਲਾਕਾਰ, ਸਮਾਜ ਸੇਵੀ, ਕਿਸਾਨੀ ਅੰਦੋਲਨ ਦੀ ਹਮਾਇਤ ਤੁਸੀਂ ਪਹਿਲੀਆਂ ਦੇ ਵਿੱਚ ਕੀਤੀ, ਕੀ ਕਹਿ ਕੇ ਬੁਲਾਈਏ ਸੋਨੀਆ ਮਾਨ ਨੂੰ ਅਸਲ 'ਚ? ਫਿਲਹਾਲ ਤੇ ਐਕਟਰੈਸ ਤੇ ਸੋਸ਼ਲ ਐਕਟਿਵਿਸਟ। ਜੀ, ਸੋਨੀਆ ਮਾਨ ਦੇ ਕੋਲ ਬਹੁਤ ਸਾਰੇ ਰਾਹ ਸੀਗੇ ਸਿਆਸਤ ਦੇ ਵਿੱਚ ਹੋਣ ਦੇ, ਕਿਉਂਕਿ ਤੁਹਾਡਾ ਪਰਿਵਾਰ, ਤੁਹਾਡਾ ਪਿਛੋਕੜ ਅਸੀਂ ਸਾਰੇ ਜਾਣਦੇ ਹਾਂ, ਤੇ ਫਿਰ ਵੀ ਇਹ ਇਲਜ਼ਾਮ ਲੱਗਦੇ ਨੇ ਜਾਂ ਕਹਿ ਲਈਏ ਚਰਚਾਵਾਂ ਚੱਲਦੀਆਂ ਨੇ ਕਿ ਸੋਨੀਆ ਮਾਨ ਕਿਸਾਨੀ ਅੰਦੋਲਨ ਦੀ ਪੌੜੀਆਂ ਛੱਡ ਕੇ ਸਿਆਸਤ ਦੇ ਵਿੱਚ ਆਉਣਾ ਚਾਹੁੰਦੇ ਨੇ। ਵੇਖੋ, ਜਦੋਂ ਕੋਈ ਵੀ ਸਿਆਸਤ ਦੇ ਵਿੱਚ ਆਉਂਦਾ ਹੈ, ਪੋਲਿਟਿਕਸ ਇਜ਼ ਅ ਵੈਰੀ ਬੈਡ ਗੇਮ। ਮੈਨੂੰ ਇਹ ਲੱਗਦਾ ਸੀਗਾ ਔਰ ਮੈਂ ਹੁਣ ਇਹ ਫੇਸ ਵੀ ਕਰ ਲਿਆ, ਬਿਕਾਜ਼ ਅੱਜ ਕੱਲ੍ਹ ਪੋਲਿਟਿਕਸ ਦੇ ਵਿੱਚ ਬਹੁਤ ਸਾਰੇ IT ਸੈਲਸ ਹਰ ਇੱਕ ਪੋਲੀਟੀਕਲ ਪਾਰਟੀ ਨੇ ਬਣਾਇਆ ਔਰ ਇੱਕ ਫੇਕ IDs ਬਣਾਈਆਂ ਨੇ ਕਿਸੇ ਦੀ ਵੀ ਰੈਪੂਟੇਸ਼ਨ ਡਾਊਨ ਕਰਨ ਵਾਸਤੇ, ਬਿਕਾਜ਼ ਇਟਸ ਅ ਕੰਪੀਟੀਸ਼ਨ ਬਿਟਵੀਨ ਸੋ ਮੈਨੀ ਪਾਰਟੀਜ਼ ਕਿ ਸਾਡਾ ਕੈਂਡੀਡੇਟ ਖੜਾ ਹੈ, ਸਾਡਾ ਜਿੱਤੇ, ਉਹ ਦੂਜਾ ਨਾ ਜਿੱਤੇ। ਸੋ ਬੇਸਿਕਲੀ ਜੇ ਮੈਂ ਕਾਂਗਰਸ ਚਾਹੁੰਦੀ ਹਾਂ, ਅਕਾਲੀ ਦਲ ਦਾ IT ਸੈੱਲ ਮੇਰੇ ਖਿਲਾਫ ਕੰਮ ਕਰੂਗਾ, ਆਮ ਆਦਮੀ ਪਾਰਟੀ ਦਾ ਮੇਰੇ ਖਿਲਾਫ ਕੰਮ ਕਰੂਗਾ। ਜੇ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੀ ਹੈ, ਦੋਨੋਂ ਪਾਰਟੀਆਂ ਦਾ IT ਸੈੱਲ ਮੇਰੇ ਖਿਲਾਫ ਕੰਮ ਕਰੂਗਾ। ਲਾਈਕ ਸੋ ਸਿਆਸਤ ਇਹੋ ਜਿਹੀ ਚੀਜ਼ ਹੈ ਕਿ
ਪੋਲਿਟਿਕਸ ਦੇ ਵਿੱਚ ਮੈਨੂੰ ਲੱਗਦਾ ਸੀਗਾ ਕਿ ਚੰਗੇ ਲੋਕਾਂ ਨੂੰ ਆਉਣਾ ਚਾਹੀਦਾ ਹੈ, ਬਿਕਾਜ਼ ਪੋਲਿਟਿਕਸ ਇੱਕ ਸਮਾਜ ਨੂੰ ਸੁਧਾਰਨ ਵਾਸਤੇ ਜਿਹੜੇ ਲੋਕੀ ਨੇ, ਸਮਾਜ ਸੇਵਕ ਜਿਨ੍ਹਾਂ ਨੂੰ ਅਸੀਂ ਸਹੀ ਲਫ਼ਜ਼ਾਂ ਦੇ ਵਿੱਚ ਕਵਾਂਗੇ, ਜਿਵੇਂ ਫੋਰਨ ਕੰਟਰੀਜ਼ ਦੇ ਵਿੱਚ ਹੁੰਦਾ ਹੈ, ਇੱਕ ਜਿਹੜਾ ਕੈਂਡੀਡੇਟ ਚੁਣ ਕੇ ਜਾਂਦਾ ਹੈ, ਰਾਈਟ, ਔਰ ਉਹ ਲੋਕਾਂ ਦੀ ਵੋਟ, ਉੱਥੇ ਕੋਈ ਪੈਸੇ ਨਹੀਂ ਚੱਲਦੇ, ਉੱਥੇ ਕੋਈ ਸ਼ਰਾਬ ਦੀ ਬੋਤਲ ਨਹੀਂ ਚੱਲਦੀ, ਉੱਥੇ ਲੋਕੀ ਬਹੁਤ ਇਮਾਨਦਾਰੀ ਦੇ ਨਾਲ ਕੋਈ ਕੈਂਡੀਡੇਟ ਚੁਣਦੇ ਨੇ, ਔਰ ਜੇ ਨਹੀਂ ਕੋਈ ਕੰਮ ਕਰਦਾ ਤੇ ਅਗਲੀ ਵਾਰੀ ਕਾਂਟਾ ਮਾਰ ਦਿੰਦੇ ਨੇ। ਬਟ ਆਪਣੇ ਇੱਥੇ ਕੁਝ ਪੋਲਿਟਿਕਸ ਬਹੁਤ ਅਲੱਗ ਆ, ਬਹੁਤ ਡਿਫਰੈਂਟ ਆ। ਇੱਥੇ ਪਰਿਵਾਰਵਾਦ ਹੀ ਨਹੀਂ ਖਤਮ ਹੁੰਦਾ। ਜੇ ਉਹਦੇ ਪਿਤਾ MLA ਸੀਗੇ, ਉਹਨਾਂ ਦਾ ਕੱਲ੍ਹ ਨੂੰ ਮੁੰਡਾ MLA ਦੀ ਟਿਕਟ ਭਾਲਦਾ ਔਰ ਫਿਰ ਉਸ ਤੋਂ ਅੱਗੇ, ਮਤਲਬ ਇਹ ਕੋਈ ਜ਼ਰੂਰੀ ਨਹੀਂ ਆ ਕਿ ਕੋਈ MLA ਦਾ ਮੁੰਡਾ ਹੀ MLA ਬਣ ਸਕਦਾ। ਸਭ ਤੋਂ ਵੱਡੀ ਐਗਜ਼ਾਮਪਲ ਮੈਂ ਆ। ਮੇਰੇ ਫਾਦਰ ਕਿਸਾਨ ਲੀਡਰ ਸੀਗੇ, ਠੀਕ ਹੈ, ਮੇਰੇ ਫਾਦਰ CPML ਕਮਿਊਨਿਸਟ ਲੀਡਰ ਸੀਗੇ ਔਰ ਇਲੈਕਸ਼ਨ ਵੀ ਲੜਦੇ ਸੀਗੇ, ਬਟ ਮੈਂ ਉਹਨਾਂ ਦੀ ਬੇਟੀ ਹਾਂ। ਮੈਂ ਉਹ ਰਸਤਾ ਨਹੀਂ ਚੂਜ਼ ਕੀਤਾ। ਮੈਂ ਫਾਦਰ ਦਾ ਸੁਪਨਾ ਸੀ ਕਿ ਤੁਸੀਂ ਸਿਆਸਤ ਦੇ ਵਿੱਚ ਆਓ ਸੀ, ਉਹਨਾਂ ਦਾ ਇਹ ਸੁਪਨਾ ਸੀਗਾ ਕਿ ਜਿਹੜੀ ਲੜਾਈ ਉਹ ਲੜ ਰਹੇ ਨੇ ਲੋਕਾਂ ਵਾਸਤੇ, ਮੈਂ ਉਸ ਜੰਗ ਦੀ ਨਾਇਕਾ ਬਣ ਕੇ ਉਸ ਕਾਫਲੇ ਨੂੰ ਜੁਆਇਨ ਕਰਾਂ, ਰਾਈਟ। ਬਟ ਦ ਥਿੰਗ ਇਜ਼ ਦੈਟ ਕਿ ਜਦੋਂ ਦੀ ਗੱਲ ਪਾਪਾ ਕਰਦੇ ਸੀਗੇ, ਉਹੀ ਮੇਰੇ ਪਾਪਾ ਦੇ ਫਰੈਂਡ ਆ, ਬਟ ਦੇ ਆਰ ਇਨਟੂ ਇਟ। ਉਹ ਕਰ ਰਹੇ ਨੇ, ਮਤਲਬ ਜਥੇਬੰਦੀ ਚਲਾ ਰਹੇ ਨੇ, ਆਪਣਾ ਕਰ ਰਹੇ ਨੇ। ਬਟ ਮੈਨੂੰ ਇਹ ਲੱਗਦਾ ਹੈ ਕਿ ਅੱਜ ਦੀ ਜਿਹੜੀ ਪੋਲਿਟਿਕਸ ਹੈ ਉਹ ਬਹੁਤ ਡਿਫਰੈਂਟ ਆ ਉਦੋਂ ਦੀ ਪੋਲਿਟਿਕਸ ਨਾਲੋਂ। ਔਰ ਮੈਂ ਜਿਹੜਾ ਰਸਤਾ ਚੂਜ਼ ਕੀਤਾ, ਮੈਨੂੰ ਐਕਟਿੰਗ ਦੇ ਵਿੱਚ ਇੰਟਰਸਟ ਸੀਗਾ। ਮੈਂ ਗੱਲ ਉਹੀ ਕਰਦੀ ਹਾਂ ਕਿ ਜਿਵੇਂ ਉਹਨਾਂ ਦਾ ਰਸਤਾ ਮੈਂ ਚੂਜ਼ ਨਹੀਂ ਕੀਤਾ, ਮੈਂ ਮੈਨੂੰ ਲੱਗਾ ਕਿ ਮੈਨੂੰ ਐਕਟਿੰਗ ਦਾ ਸ਼ੌਂਕ ਆ, ਮੈਂ ਐਕਟਿੰਗ 'ਚ ਚਲੇਗੀ। ਰਾਈਟ ਨਾਓ ਮੈਂ ਕਿਸਾਨ ਮੋਰਚੇ 'ਚ ਆਈ ਬਿਕਾਜ਼ ਮੇਰੇ ਅੰਦਰ ਉਹ ਬਲੱਡ ਲਾਈਨ ਸੀਗੀ। ਮੇਰਾ ਮਨ ਕੀਤਾ ਕਿ ਮੈਂ ਲਾਈਕ ਮੋਰਚੇ ਨੂੰ ਮੈਨੂੰ ਸਮਰਥਨ ਦੇਣਾ ਚਾਹੀਦਾ ਹੈ। ਔਰ ਮੋਰਚੇ ਦੇ ਵਿੱਚ 1 ਸਾਲ ਕੰਟੀਨਿਊਸਲੀ ਰਹਿੰਦਿਆਂ ਹੋਇਆਂ ਟਿਕਰੀ ਬਾਰਡਰ 'ਤੇ ਇਨਸਾਨ ਜਿੱਥੇ ਵੀ ਰਹਿੰਦਾ ਉਸ ਚੀਜ਼ ਦੇ ਨਾਲ ਢਲ ਜਾਂਦਾ। ਔਰ ਮੈਂ ਆਪਣਾ ਬੰਬੇ ਛੱਡ ਕੇ ਔਰ ਮੈਂ ਇੱਥੇ ਸ਼ਿਫਟ ਕੀਤਾ ਸਾਰੀਆਂ ਚੀਜ਼ਾਂ। ਮੈਨੂੰ ਇਹ ਲੱਗਾ ਕਿ ਜੇ ਮੈਂ ਡੀਪਲੀ ਇਸ ਚੀਜ਼ ਦੇ ਵਿੱਚ ਇਨਵੋਲਵ ਹੋਈ ਹਾਂ, ਵਾਈ ਮੈਨੂੰ ਪੋਲਿਟਿਕਸ 'ਚ ਕਿਉਂ ਨਹੀਂ ਆਉਣਾ ਚਾਹੀਦਾ। ਲਾਈਕ ਮੈਂ ਇਲੈਕਸ਼ਨ ਲੜਦੀ ਹਾਂ, ਬਟ ਜਦੋਂ ਮੈਂ ਗਰਾਊਂਡ ਲੈਵਲ ਦੇ ਉੱਤੇ ਰਿਐਲਿਟੀ ਦੇਖੀ ਹੈ, ਉਹ ਮੈਂ ਇਹ ਦੇਖੀ ਹੈ ਵੀ ਹਰ ਕੋਈ ਇਨਸਾਨ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਇੰਨਾ ਗੂੜਤਾ ਦੇ ਨਾਲ ਜੁੜਿਆ ਹੋਇਆ ਹੈ। ਮਤਲਬ ਐਜੂਕੇਟ ਕਰਨਾ ਲੋਕਾਂ ਨੂੰ ਇੰਨਾ ਕੁ ਜ਼ਿਆਦਾ ਇੰਪੋਰਟੈਂਟ ਆ ਅੱਜ ਦੀ ਡੇਟ ਦੇ ਵਿੱਚ। ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਅਵੇਅਰਨੈਸ ਨਹੀਂ ਹੈਗੀ। ਕੋਈ ਉਹਨਾਂ ਨੂੰ ਇਹ ਅਵੇਅਰਨੈਸ ਨਹੀਂ ਹੈਗੀ ਕਿ ਇਹ ਪਾਰਟੀ ਚੰਗਾ ਨਹੀਂ ਕਰ ਰਹੀ ਜਾਂ ਦੂਜੀ ਪਾਰਟੀ ਚੰਗਾ ਨਹੀਂ ਕਰ ਰਹੀ। ਉਹ ਪੱਕੇ ਜੁੜੇ ਹੋਏ ਨੇ। ਉਹ ਕਹਿੰਦੇ ਨੇ ਨਹੀਂ ਜੀ ਅਸੀਂ ਤੇ ਪੱਕੇ ਕਾਲੀ ਹਾਂ। ਉਹ ਕੋਈ ਫਰਕ ਨਹੀਂ ਪੈਂਦਾ ਕਿ ਉੱਤੇ ਕੋਈ ਲੀਡਰ ਚੰਗਾ ਕੰਮ ਕਰ ਰਿਹਾ ਨਹੀਂ ਕਰ ਰਿਹਾ। ਕੋਈ ਕਹਿੰਦਾ ਅਸੀਂ ਪੱਕੇ ਕਾਂਗਰਸੀ ਹਾਂ, ਕੋਈ ਕਹਿੰਦਾ ਅਸੀਂ ਪੱਕੇ ਕਾਮਰੇਡ ਹਾਂ। ਲਾਈਕ ਇਹ ਜਿਹੜਾ ਪੱਕਾ ਸ਼ਬਦ ਹੈ ਨਾ, ਜਿਹੜਾ ਤੁਹਾਡੇ ਵਿੱਚ ਫਲੈਕਸੀਬਿਲਿਟੀ ਨਹੀਂ ਹੈਗੀ ਕਿਸੇ ਚੀਜ਼ ਦੇ ਵਿੱਚ, ਉਹ ਗਲਤ ਆ। ਲਾਈਕ ਮੇਰੇ ਫਾਦਰ ਕਾਮਰੇਡ ਸੀਗੇ, ਇਟ ਡਜ਼ਨਟ ਮੀਨ ਲਾਈਕ ਦੈਟ ਕਿ ਆਈ ਐਮ ਅ ਕਾਮਰੇਡ, ਆਈ ਐਮ ਨੋਟ। ਐਂਡ ਆਈ ਐਮ ਅ ਡਿਫਰੈਂਟ ਪਰਸਨ ਆਲ ਟੂਗੇਦਰ। ਮੈਂ ਡਿਫਰੈਂਟ ਹਾਂ ਉਹਨਾਂ ਨਾਲੋਂ, ਔਰ ਮੈਂ ਬਹੁਤ ਫਲੈਕਸੀਬਲ ਹਾਂ। ਮੈਨੂੰ ਇਹ ਲੱਗਦਾ ਹੈ ਵੀ ਜਿਹੜੀ ਚੀਜ਼ ਸਹੀ ਹੈ ਉਹ ਸਹੀ ਹੈ, ਜਿਹੜੀ ਗਲਤ ਆ ਗਲਤ ਆ, ਰਾਈਟ। ਇਹ ਕੋਈ ਜ਼ਰੂਰੀ ਨਹੀਂ। ਮੇਰੀ ਇਸੇ ਕਰਕੇ ਮੈਂ ਹੁਣ ਤੱਕ ਕੋਈ ਪੋਲੀਟੀਕਲ ਪਾਰਟੀ ਨਹੀਂ ਜੁਆਇਨ ਕੀਤੀ। ਸੋਨੀਆ ਮਾਨ ਦੀ ਜੇ ਅਸੀਂ ਪਸੰਦ ਪੁੱਛੀਏ ਕਿ ਪੰਜਾਬ ਦੀ ਸਿਆਸਤ ਦੇ ਵਿੱਚੋਂ ਕਿਹੜੀ ਪਾਰਟੀ ਨੂੰ ਤੁਸੀਂ ਪਸੰਦ ਕਰਦੇ ਹੋ ਜਾਂ ਉਹਨੂੰ ਆਉਣਾ ਚਾਹੀਦਾ ਸਿਆਸਤ? ਵੇਖੋ ਮੇਰੀ ਗੱਲ ਸੁਣੋ, ਰਾਈਟ ਨਾਓ ਨਾ ਮੈਂ ਸਹੀ ਗੱਲ ਦੱਸਾਂ, ਮੈਨੂੰ ਕਿਸੇ 'ਤੇ ਕੋਈ ਵਿਸ਼ਵਾਸ ਨਹੀਂ ਹੈਗਾ। ਐਵੇਂ ਮੈਂ ਝੂਠ ਨਹੀਂ ਬੋਲਦੀ। ਮੈਂ ਲੋਕਾਂ ਨੂੰ ਝੂਠੇ ਲਾਰੇ ਨਹੀਂ, ਮੈਂ ਕਿਉਂ ਝੂਠ ਬੋਲਾਂ। ਤਦ ਹੀ ਮੈਂ ਪੋਲੀਟਿਕਸ 'ਚ ਨਹੀਂ ਆਈ ਬਿਕਾਜ਼ ਆਈ ਕਾਂਟ ਲਾਈ। ਕਿਸਾਨਾਂ ਦੀ ਪਾਰਟੀ ਨੂੰ ਨਹੀਂ, ਆਈ ਡੋਂਟ, ਬਿਕਾਜ਼ ਯੂ ਨੋ ਵਾਟ ਮੈਂ ਕਿਸਾਨਾਂ ਦੀ ਪਾਰਟੀ ਨੂੰ ਸਮਰਥਨ ਕਰਦੀ ਸੀਗੀ ਮੇਰੀਆਂ ਪਹਿਲੀਆਂ ਇੰਟਰਵਿਊਜ਼ 'ਚ, ਬਿਕਾਜ਼ ਆਈ ਥੋਟ ਕਿ ਉਹ ਚੰਗੇ ਕੈਂਡੀਡੇਟਸ ਲੈ ਕੇ ਆਉਣਗੇ, ਇੱਕ ਸਹੀ ਪੱਖੀ ਚੀਜ਼ਾਂ ਕਰਨਗੇ। ਬਟ ਜਦੋਂ ਉਹਨਾਂ ਨੇ ਮਤਲਬ ਇੱਕ ਸੈਲਫਿਸ਼ ਮੋਟਿਵਸ ਦੇ ਨਾਲ ਮੇਰਾ ਲੀਡਰ ਹੈ ਤੇ ਅਸੀਂ ਇੱਥੇ ਖੜਾ ਕਰਨਾ ਹੈ, ਰਾਈਟ, ਮਤਲਬ ਇੱਕ ਆਪਣੀ ਪੋਲਿਟਿਕਸ ਕਰਨੀ ਸ਼ੁਰੂ ਕਰ ਦਿੱਤੀ, ਦੈਨ it means there's no difference between kisan jathebandi leaders and other leaders. They are same. So I'm not supporting them. ਮੈਨੂੰ ਇਹ ਲੱਗਦਾ ਹੈ ਕਿ ਮੈਂ ਅੱਗੇ ਵੀ ਕਹਿੰਦੀ ਸੀਗੀ, ਅੱਗੇ ਵੀ ਕਹਿੰਦੀ ਰਹੂੰਗੀ, ਆਪਣੇ ਸਮਾਜ ਦੇ ਵਿੱਚ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ।
ਸਾਰੇ ਬੰਦੇ ਕਾਂਗਰਸ 'ਚ ਮਾੜੇ ਨਹੀਂ ਗਏ, ਸਾਰੇ ਬੰਦੇ ਅਕਾਲੀ 'ਚ ਮਾੜੇ ਨਹੀਂ ਗਏ, ਸਾਰੇ ਬੰਦੇ ਆਮ ਆਦਮੀ ਪਾਰਟੀ 'ਚ ਮਾੜੇ ਨਹੀਂ ਗਏ, ਔਰ ਸਾਰੇ ਬੰਦੇ ਕਿਸਾਨਾਂ 'ਚ ਮਾੜੇ ਨਹੀਂ ਗਏ। ਕਿਤੇ ਨਾ ਕਿਤੇ ਕੋਈ ਚੰਗੀ ਸੋਚ ਵਾਲਾ ਇਨਸਾਨ ਹੁੰਦਾ ਆ। ਸਾਡੇ ਐਕਟਰਸ ਦੇ ਵਿੱਚ ਵੀ ਤੁਸੀਂ ਦੇਖ ਲਓ, ਸਾਰਿਆਂ ਵਿੱਚੋਂ ਕਿੰਨੇ ਕੁ ਲੋਕੀ ਆਏ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਸਤੇ? ਨਹੀਂ ਆਏ ਨਾ। ਜਿਨ੍ਹਾਂ ਦੀ ਸੋਚ ਸੀਗੀ ਕਿਸਾਨਾਂ ਪੱਖੀ, ਜਿਨ੍ਹਾਂ ਦੀ ਸੋਚ ਸੀਗੀ ਉਹ ਆਏ, ਉਹਨਾਂ ਨੇ ਆਪਣਾ 100% ਦਿੱਤਾ। ਪਰ ਜਿਨ੍ਹਾਂ ਦੀ ਨਹੀਂ ਸੀਗੀ ਉਹ ਨਹੀਂ ਆਏ, ਉਹ ਆਪਣੇ ਕੰਮ ਨਾਲ ਕੰਮ ਮਤਲਬ ਰੱਖ ਰਹੇ ਸੀਗੇ। ਸੋ ਇਸੇ ਤਰੀਕੇ ਦੇ ਨਾਲ ਮੈਨੂੰ ਲੱਗਦਾ ਹੈ ਸਾਰੀਆਂ ਪਾਰਟੀਆਂ ਦੇ ਵਿੱਚੋਂ ਚੰਗੇ ਕੈਂਡੀਡੇਟਸ ਨੂੰ ਅੱਗੇ ਆਉਣਾ ਚਾਹੀਦਾ ਆ, ਇੱਕ ਚੰਗੀ ਸੋਚ ਲੈ ਕੇ, ਕਰਪਸ਼ਨ ਤੋਂ ਬਿਨਾਂ। ਔਰ ਮੈਨੂੰ ਇੱਥੋਂ ਤੱਕ ਇਹ ਵੀ ਲੱਗਦਾ ਹੈ ਕਿ ਹਰ ਇੱਕ ਪਾਰਟੀ ਦੇ ਵਿੱਚ ਜੇ 2-3 ਚੰਗੇ ਕੈਂਡੀਡੇਟ ਆਉਣਗੇ ਤੇ ਉਸ ਪਾਰਟੀ ਦਾ ਕੁਝ ਨਹੀਂ, ਮਤਲਬ ਉਸ ਪਾਰਟੀ ਨੂੰ ਸੁਧਾਰ ਨਹੀਂ ਸਕਦੇ। ਤੁਹਾਡਾ ਇੰਟਰਵਿਊ ਮੈਂ ਦੇਖ ਰਹੀ ਸੀਗੀ, ਤੁਸੀਂ ਜ਼ਿਕਰ ਕੀਤਾ ਸੀ ਕਿ ਜੇ ਐਸਐਸਐਮ ਮੈਨੂੰ ਮੌਕਾ ਦਿੰਦਾ ਮੈਂ ਰਾਜੇ ਸਾਂਸੀ ਤੋਂ ਉੱਥੋਂ ਲੜਨ ਦੇ ਲਈ ਤਿਆਰ ਹਾਂ। ਜੇ ਹੁਣ ਤੁਹਾਨੂੰ ਮੌਕਾ ਦਿੱਤਾ ਜਾਂਦਾ ਕਿ ਤੁਸੀਂ? ਬਿਲਕੁਲ ਨਹੀਂ। ਵੇਖੋ ਮੇਰੀ ਗੱਲ ਸੁਣੋ, ਐਸਐਸਐਮ ਰਾਜਾ ਸਾਂਸੀ ਹਲਕੇ ਦੀ ਲੋਕਾਂ ਦੀ ਡਿਮਾਂਡ ਸੀਗੀ, ਕਿਉਂਕਿ ਮੇਰੇ ਫਾਦਰ ਉੱਥੇ ਇਲੈਕਸ਼ਨ ਲੜਦੇ ਰਹੇ। ਤੁਸੀਂ ਅੱਜ ਵੀ ਸਰਵੇ ਕਰਵਾ ਸਕਦੇ ਹੋ, ਅੱਜ ਵੀ ਲੋਕਾਂ ਤੋਂ ਪੁੱਛ ਸਕਦੇ ਹੋ। ਔਰ ਰਾਜਾ ਸਾਂਸੀ ਦੇ ਵਿੱਚ ਸਭ ਤੋਂ ਵੱਡੀ ਰੈਲੀ ਮੈਂ ਕਰਵਾਈ ਸੀਗੀ, ਠੀਕ ਹੈ, ਜਿਹਦਾ ਕੱਟ ਆਈ ਥਿੰਕ 35-40 ਹਜ਼ਾਰ ਕੱਟ ਸੀਗਾ। ਔਰ ਮੈਨੂੰ ਕੋਈ ਐਕਸਪੀਰੀਅੰਸ ਨਹੀਂਗਾ ਰੈਲੀਜ਼ ਕਰਵਾਉਣ ਦਾ, ਕੁਛ ਨਹੀਂ। ਐਂਡ ਦੈਟ ਇਜ਼ ਮਾਈ ਫਰਸਟ ਟਾਈਮ ਮੈਂ ਉਹ ਰੈਲੀ ਕਰਵਾਈ ਸੀਗੀ। ਔਰ ਕਿਉਂ ਕਰਵਾਈ ਸੀਗੀ ਕਿ ਕਿਸਾਨ ਸਾਡੇ ਹਲਕੇ ਦੇ ਵਿੱਚ ਲੋਕੀ ਜਿਹੜੇ ਸੀਗੇ ਉਹ ਮਤਲਬ ਇੰਨੇ ਅਵੇਅਰ ਹੋ ਕੇ ਨਹੀਂ ਜਾ ਰਹੇ ਸੀਗੇ, ਰਾਈਟ। ਔਰ ਮੈਨੂੰ ਉਹਦੇ ਵਾਸਤੇ ਇਨਕਰੇਜ ਕਿਹਨੇ ਕੀਤਾ ਸੀਗਾ? ਬਿਹਾਈਂਡ ਇਜ਼ ਪੂਰੀ ਵਾਲੇ ਬਾਬਾ ਜੀ। ਉਹਨਾਂ ਨੇ ਮੈਨੂੰ ਇੱਕ ਗੱਲ ਕਹੀ, ਮੈਂ ਨਾ ਮਾਈ ਭਾਗੋ ਨਿਵਾਸ ਟਿਕਰੀ ਬਾਰਡਰ ਦੇ ਉੱਤੇ ਬਣਾਇਆ ਸੀਗਾ। ਉਹਨਾਂ ਨੇ ਮੈਨੂੰ ਕਿਹਾ ਕਿ ਬੀਬਾ ਤੂੰ ਮੈਨੂੰ ਇਹ ਦੱਸ ਵੀ ਮਾਈ ਭਾਗ ਕੌਰ ਜੀ ਝਬਾਲ ਤੋਂ ਸੀਗੇ, ਤੁਹਾਡੇ ਮਾਝੇ ਏਰੀਏ ਤੋਂ ਕਿੰਨੀਆਂ ਬੀਬੀਆਂ ਆਈਆਂ ਨੇ? ਐਂਡ ਮੈਨੂੰ ਸੱਚੀ ਗੱਲ ਹੈ ਉਦੋਂ ਬਹੁਤ ਸ਼ਰਮ ਆਈ ਇਸ ਗੱਲ ਦੇ ਉੱਤੇ, ਕਿਉਂਕਿ ਜ਼ਿਆਦਾਤਰ ਸਾਰੀਆਂ ਬੀਬੀਆਂ ਮਾਲਵੇ ਤੋਂ ਬੈਠੀਆਂ ਸੀਗੀਆਂ ਉੱਥੇ। ਔਰ ਫਿਰ ਮੈਨੂੰ ਇਹ ਲੱਗਾ ਕਿ ਮੈਨੂੰ ਪਿੰਡਾਂ ਦੇ ਵਿੱਚ ਜਾ ਕੇ ਅਵੇਅਰਨੈਸ ਕਰਨੀ ਚਾਹੀਦੀ ਹੈ। ਮੈਂ ਹਰਿਆਣਾ ਬਹੁਤ ਫੋਕਸ ਕੀਤਾ ਸੀਗਾ, ਬਟ ਮੈਨੂੰ ਆਪਣੇ ਏਰੀਏ 'ਚ ਵੀ ਜਾਣਾ ਚਾਹੀਦਾ। ਫਿਰ ਮੈਂ ਇੱਕ ਦਿਨ ਦੇ ਵਿੱਚ 20 25 ਪਿੰਡ ਕੱਢੇ ਹੈ। ਔਰ ਮੈਨੂੰ ਪਤਾ ਹੈ ਕਿ ਮੇਰੇ ਨਾਲ ਉੱਥੇ ਮਾਲ ਬਾਬਾ ਜੀ ਹੋਣੀ ਆ, ਕਰਮਜੀਤ ਹੋਣੀ, ਉਹਨਾਂ ਨੇ ਮੇਰੇ ਨਾਲ ਕਾਫੀ ਹੈਲਪ ਕੀਤੀ। ਮੇਰੇ ਨਾਲ ਪਿੰਡਾਂ 'ਚ ਮੇਰੀਆਂ ਮੀਟਿੰਗਸ ਕਰਾਉਣੀਆਂ, ਪਲਵਿੰਦਰ ਸਿੰਘ ਮਾਲ, ਅਸੀਂ ਜਾ ਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ, ਅਸੀਂ ਰੈਲੀ ਕਰਵਾਈ। ਐਂਡ ਮੇਰੇ ਫਾਦਰ ਇੱਕ ਕਿਸਾਨ ਨੇਤਾ ਸੀਗੇ, ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਕਿਸਾਨਾਂ ਮਜ਼ਦੂਰਾਂ ਵਾਸਤੇ ਦਿੱਤੀ। ਹਰ ਸਾਲ ਉਹਨਾਂ ਦੀ ਬਰਸੀ ਮਨਾਉਂਦੇ ਆ, ਬਟ ਮੈਂ ਇਹ ਬਰਸੀ ਨਹੀਂ, ਬਰਸੀ ਉਹਨਾਂ ਦੀ 26 ਸੈਪਟੈਂਬਰ ਨੂੰ ਹੁੰਦੀ ਹੈ, ਬਟ ਮੈਂ ਇਹ ਉਹਨਾਂ ਦੀ ਯਾਦ ਦੇ ਵਿੱਚ ਲਾਈਕ ਜੇ ਉਹ ਅੱਜ ਹੁੰਦੇ ਤੇ ਉਹ ਵੀ ਇਹੀ ਕੰਮ ਕਰ ਰਹੇ ਹੁੰਦੇ, ਲਾਈਕ ਰਾਈਟ। ਸੋ ਸਾਡੀ ਕੀਰਤੀ ਕਿਸਾਨ ਯੂਨੀਅਨ, ਮੇਰੇ ਫਾਦਰ ਦੀ ਜਿਹੜੀ ਜਥੇਬੰਦੀ ਸੀਗੀ, ਉਹ ਵੀ ਇਹੀ ਕੰਮ ਕਰ ਰਹੀ ਸੀਗੀ ਕਿਸਾਨ ਮੋਰਚੇ ਦੇ ਵਿੱਚ। ਸੋ ਮੈਂ ਉਹਨਾਂ ਦੀ ਯਾਦ ਨੂੰ ਇੱਕ ਸਮਰਪਿਤ ਰੈਲੀ ਉਹਨਾਂ ਨੂੰ ਸਮਰਪਿਤ ਕਰਤੀ ਵੀ ਚਲੋ ਤੁਹਾਡੀ ਬੇਟੀ ਤੁਹਾਡੇ ਵਾਸਤੇ ਹੋਰ ਕੁਛ ਨਹੀਂ ਕਰ ਸਕਦੀ, ਇੱਕ ਕਿਸਾਨਾਂ ਨੂੰ ਅਵੇਅਰਨੈਸ ਕਰਨ ਵਾਸਤੇ। ਔਰ ਉੱਥੇ ਸਾਰੇ ਕਿਸਾਨ ਲੀਡਰ ਸੱਦੇ ਜਿਹੜੇ ਲੈਕਚਰ ਕਰ ਸਕਣ, ਕਿਸਾਨਾਂ ਨੂੰ ਦੱਸ ਸਕਣ ਕਿ ਅਸੀਂ ਕਿਉਂ ਆ ਬਾਰਡਰ ਦੇ ਉੱਤੇ। ਇੱਕ ਚੰਗੀ ਸੋਚ ਰੱਖ ਕੇ ਉਹ ਕੀਤਾ ਮੈਂ ਰਾਜਾ ਸਾਂਸੀ ਦੇ ਵਿੱਚ। ਹੁਣ ਤੁਸੀਂ ਇਹ ਦੱਸੋ, ਰਾਜਾ ਸਾਂਸੀ ਹਲਕੇ ਦੇ ਵਿੱਚ ਸਾਡੇ ਇੱਕ ਤੇ ਮੈਂ ਸੀ, ਉੱਥੋਂ ਹੋਰ ਵੀ ਕਿੰਨੇ ਲੋਕੀ ਨੇ ਜਿਨ੍ਹਾਂ ਨੇ ਕਿਸਾਨ ਮੋਰਚੇ ਦੇ ਵਿੱਚ ਆਪਣੀ ਪ੍ਰੈਜ਼ੈਂਸ ਦਿੱਤੀ ਹੈ। ਐਸਐਸਐਮ ਨੇ ਅਜਨਾਲੇ ਤੋਂ ਕੈਂਡੀਡੇਟ ਚੱਕ ਕੇ, ਜਿਹਦਾ ਰਾਜਾ ਸਾਂਸੀ ਦੇ ਵਿੱਚ ਕੋਈ ਮਤਲਬ ਨਹੀਂ ਬਣਦਾ, ਉਹਨੂੰ ਅਜਨਾਲੇ ਵਾਲੇ ਬੰਦੇ ਨੂੰ ਰਾਜਾ ਸਾਂਸੀ 'ਚ ਟਿਕਟ ਦੇ ਦਿੱਤੀ। ਇਹ ਕਿੱਡੀ ਕੁ ਜਾਇਜ਼ ਗੱਲ ਹੈ? ਮੈਨੂੰ ਇਹ ਦੱਸੋ। ਇੱਕ ਹਲਕੇ ਤੋਂ ਦੂਜੇ ਹਲਕੇ ਦੇ ਵਿੱਚ ਟਿਕਟ ਦੇ ਦੇਣੀ, ਹਰ ਇੱਕ ਬੰਦੇ ਨੂੰ ਆਪਣੇ ਹਲਕੇ ਤੋਂ ਟਿਕਟ ਦੇਣੀ ਚਾਹੀਦੀ ਹੈ, ਰਾਈਟ। ਸਭ ਤੋਂ ਪਹਿਲਾਂ ਤੇ ਮੈਂ ਇਸ ਚੀਜ਼ ਦਾ ਵਿਰੋਧ ਕਰਦੀ ਹਾਂ, ਰਾਈਟ। ਉਹ ਨਹੀਂ ਕਰਨਾ ਚਾਹੀਦਾ ਸੀਗਾ, ਬਿਲਕੁਲ ਨਹੀਂ ਕਰਨਾ ਚਾਹੀਦਾ ਸੀਗਾ। ਦੂਜੀ ਗੱਲ, ਜੇ ਇਹਨਾਂ ਨੂੰ ਇਹ ਲੱਗਦਾ ਹੈ ਕਿ ਸੋਨੀਆ ਮਾਨ ਨੂੰ ਟਿਕਟ ਨਹੀਂ ਦਿੱਤੀ ਤੇ ਇਸ ਕਰਕੇ ਇਹ ਗੱਲ ਕਰ ਰਹੀ, ਮੈਂ ਇਸ ਕਰਕੇ ਬਿਲਕੁਲ ਨਹੀਂ ਕਰ ਰਹੀ। ਆਈ ਐਮ ਨੋਟ ਇੰਟਰਸਟਿਡ ਐਟ ਆਲ। ਜੇ ਸੋਨੀਆ ਮਾਨ ਨੇ ਲੜਨਾ ਹੋਵੇ ਤੇ ਉਹ ਪਾਵਰਫੁਲ ਪਾਰਟੀ ਤੋਂ ਲੜੇ। ਮੈਨੂੰ ਭਗਵੰਤ ਮਾਨ ਭਾਜੀ ਨੇ ਰਾਜਾ ਸਾਂਸੀ ਕਿੰਨੀ ਵਾਰੀ ਕਿਹਾ ਤੂੰ ਇੱਥੋਂ ਲੜ ਲਾ। ਮੈਂ ਭਗਵੰਤ ਮਾਨ ਭਾਈ ਨੂੰ ਮੈਂ ਰਾਜਾ ਸਾਂਸੀ ਨਹੀਂ ਲੜੀ। ਰਾਜਾ ਸਾਂਸੀ ਬਲਦੇਵ ਨੂੰ ਕਾਫੀ ਪੁਰਾਣਾ ਵਰਕਰ ਹੈ ਆਮ ਆਦਮੀ ਪਾਰਟੀ ਦਾ, ਉਹਨੂੰ ਟਿਕਟ ਦਿੱਤੀ। ਚਲੋ ਮੈਂ ਆਈ ਐਮ ਵੈਰੀ ਹੈਪੀ ਕਿ ਵਰਕਰ ਨੂੰ ਮਿਲੀ ਹੈ, ਵਧੀਆ ਆ, ਉੱਥੋਂ ਦਾ ਆ, ਉਹਨੇ ਵਿਚਾਰੇ ਨੇ ਮਿਹਨਤ ਵੀ ਕੀਤੀ ਹੈ। ਦੂਜੀ ਗੱਲ, ਮੈਨੂੰ ਮੁਹਾਲੀ ਵਾਸਤੇ ਵੀ ਕਿਹਾ ਸੀਗਾ ਉਹਨਾਂ ਨੇ, ਮੈਂ ਮੁਹਾਲੀ ਵੀ ਨਹੀਂ ਲੜੀ। ਮੈਨੂੰ ਅਕਾਲੀ ਦਲ ਨੇ ਵੀ ਕਿਹਾ, ਮੈਨੂੰ ਕਾਂਗਰਸ ਨੇ ਵੀ ਕਿਹਾ, ਮੈਨੂੰ ਬੀਜੇਪੀ ਨੇ ਵੀ ਕਿਹਾ। ਜੇ ਸੋਨੀਆ ਮਾਨ ਨੂੰ ਲਾਲਚ ਹੁੰਦਾ, ਅੱਜ ਮੈਂ ਕਿਸੇ ਨਾ ਕਿਸੇ ਪਾਰਟੀ ਦੇ ਪਟਾਰੇ ਦੇ ਵਿੱਚ ਬੈਠੀ ਹੁੰਦੀ ਨਾ, ਰਾਈਟ। ਜਿਨ੍ਹਾਂ ਨੂੰ ਲਾਲਚ ਸੀਗਾ
ਔਰ ਛੱਡੋ ਗੱਲ ਅੱਜ ਦੀ, ਇਸ ਤੋਂ ਪਹਿਲੋਂ ਵੀ ਕਿੰਨੇ ਸਾਲ ਮੈਨੂੰ ਲੱਗਦਾ ਇਲੈਕਸ਼ਨ ਤੇ ਹਰ 5 ਸਾਲਾਂ ਬਾਅਦ ਆਉਂਦੀ ਹੈ। ਇੰਨੇ ਸਾਲ ਪਹਿਲੋਂ ਕਿਉਂ ਨਹੀਂ ਲੜੀ ਮੈਂ ਇਲੈਕਸ਼ਨ? ਮੇਰੇ ਫਾਦਰ ਦਾ ਆਧਾਰ ਸੀਗਾ ਸਾਡੇ ਇਲਾਕੇ 'ਚ, ਉਦੋਂ ਕਿਉਂ ਨਹੀਂ ਲੜੀ ਮੈਂ? 5 ਸਾਲ ਉਦੋਂ ਵੀ ਕੰਮ ਕਰਕੇ ਮੈਂ ਇਲੈਕਸ਼ਨ ਲੜ ਸਕਦੀ ਸੀਗੀ ਜੇ ਉਹ ਲੜਦੇ ਸੀਗੇ, ਰਾਈਟ। ਬਟ ਇਹ ਸਾਰੀਆਂ ਗੱਲਾਂ ਹੁਣ ਮੈਂ ਬਾਰ-ਬਾਰ ਬਹੁਤ ਵਾਰੀ ਬੋਲ ਚੁੱਕੀ, ਇਸ ਕਰਕੇ ਅੱਜ ਕੱਲ੍ਹ ਤੇ ਮੈਂ ਲਾਈਕ ਆਈ ਐਮ ਜਸਟ ਕਨਸੈਂਟਰੇਟਿੰਗ ਔਨ ਮਾਈ ਸੈਲਫ, ਬਿਕਾਜ਼ ਮੈਨੂੰ 2 ਸਾਲ ਹੋ ਚੱਲੇ ਆ ਮੈਂ ਕੰਮ ਨਹੀਂ ਕੀਤਾ, ਮੇਰੀਆਂ ਫਿਲਮਾਂ ਦਾ ਗਾਣਿਆਂ ਦਾ ਕੁਛ ਨਹੀਂ ਕੀਤਾ। ਆਮ ਜਸਟ ਮੈਂ weight put on ਕਰ ਲਿਆ, ਮੇਰੀ ਕੋਈ ਡਾਈਟ ਦਾ ਖਿਆਲ ਨਹੀਂ ਸੀਗਾ, ਬਿਕਾਜ਼ ਈਚ ਐਂਡ ਐਵਰੀ ਡੇ ਕੋਈ ਨਾ ਕੋਈ ਸਭਾ, ਕਿਸਾਨੀ ਸਭਾ ਹੁੰਦੀ ਆ, ਸੱਦ ਲੈਂਦੇ ਆ, ਫਿਰ ਉੱਥੇ ਚਾਹ ਮਤਲਬ ਜੋ ਖਾਣ ਲਈ ਦਿੰਦੇ ਤੁਸੀਂ ਬੜਾ ਨਹੀਂ ਕਰ ਸਕਦੇ। ਆਈ ਹੈਵ ਲਾਈਕ ਮੈਂ ਸਾਰਾ ਕੁਛ ਆਪਣਾ ਇੰਟੂਏਟ ਕਰਤਾ ਇੱਕ ਭੁੱਲ ਕੇ ਕਿ ਆਮ ਐਨ ਐਕਟਰੈਸ ਐਂਡ ਆਈ ਹੈਵ ਟੂ ਫੋਕਸ ਮਾਈ ਸੈਲਫ। ਮੈਂ ਕਦੀ ਨਹੀਂ ਇਹ ਚੀਜ਼, ਮੇਰੀ ਸੋਰਸ ਆਫ ਇਨਕਮ ਕੀ ਹੈ? ਮੇਰੀ ਸੋਰਸ ਆਫ ਇਨਕਮ ਮੇਰਾ ਕੰਮ ਆ, ਰਾਈਟ। ਔਰ ਜਿਹੜਾ ਮੇਰਾ ਕੰਮ, ਮੇਰੀਆਂ ਜਿਹੜੀਆਂ ਸੇਵਿੰਗ ਸੀਗੀਆਂ, ਕਦੀ ਕਿਸੇ ਨੇ ਪੁੱਛਿਆ ਕਿ ਜਦੋਂ ਮੈਂ ਘਰੋਂ ਬਾਹਰ ਨਿਕਲ ਕੇ, ਜਦੋਂ ਤੁਸੀਂ ਇੱਕ ਵਾਰੀ ਨਿਕਲਦੇ ਹੋ ਤੁਹਾਡੀ ਗੱਡੀ ਦੇ ਵਿੱਚ 7-8 ਹਜ਼ਾਰ ਦਾ ਤਾਂ ਠੀਕ ਡੈਬਿਟ 'ਚ ਤੇਲ ਪੈ ਜਾਂਦਾ ਆ, ਉਸ ਤੋਂ ਬਾਅਦ ਤੁਸੀਂ ਕਿੰਨੀ ਦੂਰ, ਕਦੀ ਰਾਜਸਥਾਨ, ਕਦੀ ਯੂਪੀ, ਕਦੀ ਹਰਿਆਣਾ, ਸਾਰੀਆਂ ਸੇਵਿੰਗਸ ਤੁਸੀਂ ਖਤਮ ਕਰ ਦਿੱਤੀਆਂ ਸਾਰੀਆਂ ਚੀਜ਼ਾਂ ਦੀਆਂ ਹੁਣ ਤੱਕ ਦੀਆਂ। ਬਟ ਆਈ ਹੈਵ ਟੂ ਵਰਕ ਨਾਓ, ਆਈ ਹੈਵ ਟੂ ਫੋਕਸ। ਹਮੇਸ਼ਾ ਸੋਨੀਆ ਮਾਨ ਦੇ ਨਾਲ ਹੀ ਕਿਉਂ ਜੁੜਦੀ ਹੈ? ਆਈ ਡੋਂਟ ਨੋ ਐਕਚੁਅਲੀ, ਬਿਕਾਜ਼ ਆਈ ਬਿਲੀਵ ਸੋ ਕਿ ਆਮ ਅ ਸਟ੍ਰੇਟ ਫਾਰਵਰਡ ਪਰਸਨ, ਔਰ ਮੈਂ ਜੋ ਵੀ ਹੁੰਦਾ ਮੈਂ ਸੱਚ ਬੋਲ ਦਿੰਦੀ ਹਾਂ। ਮੈਨੂੰ ਕੋਈ, ਮੈਂ ਦੋਗਲੀਆਂ ਗੱਲਾਂ ਨਹੀਂ ਕਰਦੀ ਲੋਕਾਂ ਵੱਲੋਂ। ਇਹ ਵੀ ਚਰਚਾਵਾਂ ਚੱਲੀਆਂ ਸਨ ਕਿ ਤੁਸੀਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਹੋ, ਤੇ ਇੱਥੋਂ ਤੱਕ ਕਿ ਪ੍ਰੈਸ ਕਾਨਫਰੰਸ ਵੀ ਸੁਖਬੀਰ ਬਾਦਲ ਦੇ ਵੱਲੋਂ ਜੋ ਰੱਖੀ ਜਾਂਦੀ ਹੈ, ਇਹ ਚਰਚਾਵਾਂ ਸਨ। ਵੇਖੋ, ਜੇ ਮੈਂ ਅਕਾਲੀ ਦਲ ਜੁਆਇਨ ਕਰ ਰਹੀ ਹੁੰਦੀ ਤੇ ਹੁਣ ਤੱਕ ਕਰ ਲੈਂਦੀ। ਮੈਨੂੰ ਕਿਸੇ ਦੂਜੀ ਪਾਰਟੀ ਦੇ IT ਸੈੱਲਾਂ ਤੋਂ ਮੈਨੂੰ ਕੋਈ ਪਰਵਾਹ ਨਹੀਂ ਹੈ, ਗਾਲਾਂ ਤੇ ਕੱਢਦੇ ਹੀ ਆ, ਭਾਵੇਂ ਮੈਂ ਕਾਂਗਰਸ ਜੁਆਇਨ ਕਰੂੰਗੀ ਤਦ ਵੀ ਕੱਢਣਗੇ, ਉਹ ਵੀ ਆਮ ਲੋਕੀ ਨਹੀਂ ਕੱਢਣਗੇ, ਉਹ IT ਸੈੱਲਸ ਕੱਢਣਗੇ, ਰਾਈਟ। ਆਮ ਆਦਮੀ ਪਾਰਟੀ ਜੁਆਇਨ ਕਰਦੀ ਤਦ ਵੀ ਕੱਢਦੇ, ਰਾਈਟ। ਮੈਨੂੰ ਕੋਈ ਇਸ ਗੱਲ ਦਾ ਕੁਛ ਨਹੀਂ ਹੈਗਾ, ਜੇ ਮੈਂ ਕੰਮ ਕਰਨਾ ਹੈ ਕਿਸੇ ਪਾਰਟੀ ਦੇ ਵਿੱਚ ਤੇ ਮੈਂ ਖੁੱਲ੍ਹ ਕੇ ਕਰੂੰਗੀ। ਪਰ ਜਦੋਂ ਮੈਂ ਕਿਉਂ ਝੂਠ ਬੋਲਾਂ ਜਦੋਂ ਮੈਂ ਕਰ ਹੀ ਨਹੀਂ ਰਹੀ ਸੀਗੀ? ਫਾਈਨ, ਆਈ ਐਮ ਨੋਟ ਇਨਟੂ ਇਟ। ਸੋਨੀਆ ਮਾਨ ਨੂੰ ਆਫਰ, ਤੁਸੀਂ ਗੱਲ ਕਰ ਰਹੇ ਸੀ ਕਿ ਸਾਰੀਆਂ ਪਾਰਟੀਆਂ ਦੇ ਵਿੱਚੋਂ, ਅਕਾਲੀ ਦਲ ਦੇ ਵਿੱਚੋਂ ਕਿਹਨਾਂ ਨੇ ਤੁਹਾਨੂੰ ਮਤਲਬ ਆਫਰ ਕੀਤਾ ਸੀ? ਸੁਖਬੀਰ ਜੀ ਨੇ ਕੀਤਾ ਸੀਗਾ। ਕਾਂਗਰਸ ਦੇ ਵਿੱਚੋਂ ਸਿੱਧੂ ਸਾਹਿਬ ਨੇ ਕੀਤਾ ਸੀਗਾ ਜੀ, ਕੈਪਟਨ ਸਾਹਿਬ ਨੇ ਕੀਤਾ ਸੀਗਾ, ਤੇ ਆਮ ਆਦਮੀ ਪਾਰਟੀ ਕੇਜਰੀਵਾਲ ਜੀ ਨੇ ਕੀਤਾ ਸੀਗਾ, ਭਗਵੰਤ ਮਾਨ ਜੀ ਨੇ ਕੀਤਾ ਸੀਗਾ। ਭਾਜਪਾ ਦੇ ਵਿੱਚੋਂ ਵੀ ਮੈਨੂੰ ਕਿਹਨੂੰ ਕਹਿੰਦੇ ਆ, ਸ਼ਿਕਾਵਤ ਜੀ ਨੇ ਕਿਹਾ ਸੀਗਾ, ਪੰਜਾਬ ਦੇ ਹੈੱਡ ਆ, ਔਰ ਉੱਥੋਂ ਵੀ ਆਇਆ ਸੀਗਾ ਮੈਨੂੰ, ਦਿੱਲੀ ਤੋਂ ਵੀ ਆਇਆ ਸੀਗਾ। ਬਟ ਇਨ ਦ ਸੈਂਸ ਕਿ ਆਈ ਐਮ ਨੋਟ ਇੰਟਰਸਟਿਡ। ਸੋਨੀਆ ਮਾਨ ਜੋ ਆਪਣਾ ਲੈ ਕੇ ਚੱਲਦੇ ਆ ਕਿ ਇਹ ਕੰਮ ਹੋਣੀ ਚਾਹੀਦੀ ਹੈ, ਪੰਜਾਬ ਦੇ ਪੱਖ ਦੀ ਜੋ ਪਾਰਟੀ ਗੱਲ ਕਰੇਗੀ ਤੁਸੀਂ ਉਸੇ ਦੇ ਵਿੱਚ ਜਾਓਗੇ, ਮੰਨ ਲਓ ਉਹ ਕੰਮ ਸਾਰੇ ਭਾਜਪਾ ਕਰਦੀ ਹੈ ਕਿ ਤੁਸੀਂ ਉਸ ਦੇ ਵਿੱਚ ਜਾਓਗੇ? ਵੇਖੋ, ਰਾਈਟ ਨਾਓ ਮੈਂ ਤੁਹਾਨੂੰ ਇਹ ਗੱਲ ਦੱਸਾਂ, ਮੈਂ ਅੱਗੇ ਵੀ ਇਹ ਗੱਲ ਕਹੀ ਸੀ ਕਿ ਮੇਰੀ ਕਿਸੇ ਪਾਰਟੀ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਮੇਰੀ ਪਾਰਟੀ, ਮੈਂ ਖਿਲਾਫ ਸੀ ਭਾਜਪਾ ਦੇ, ਬਿਕਾਜ਼ ਉਹਨਾਂ ਨੇ ਬਿੱਲ ਬਣਾਏ ਸੀਗੇ, ਉਹਨਾਂ ਨੇ ਰੱਦ ਕਰ ਦਿੱਤੇ, ਠੀਕ ਹੈ। ਔਰ ਸਾਡੀ ਡਿਮਾਂਡਸ, ਜਿਹੜੀ ਵੀ ਪਾਰਟੀ ਆਉਂਦੀ ਹੈ, ਜੇ ਭਾਜਪਾ ਬਹੁਮਤ ਦੇ ਵਿੱਚ ਆ ਕੇ ਸੈਂਟਰ ਦੇ ਵਿੱਚ ਆਈ ਸੀਗੀ, ਉਹ ਵੀ ਅਸੀਂ ਲੋਕਾਂ ਨੇ ਵੋਟ ਪਾ ਕੇ ਉਹਨਾਂ ਨੂੰ ਬਣਾਇਆ ਸੀਗਾ, ਔਰ ਉਹਦੇ ਪਿੱਛੇ ਸਾਡੀ ਐਕਸਪੈਕਟੇਸ਼ਨ ਇਹ ਸੀਗੀ ਕਿ ਉਹ ਸਾਡੇ ਵਾਸਤੇ ਚੰਗੇ ਕੰਮ ਕਰਨ। ਇੰਟੈਂਸ਼ਨ ਤੇ ਇਹੀ ਹੁੰਦੀ ਹੈ ਨਾ ਵੀ ਕੋਈ ਵੀ ਪਾਰਟੀ ਲੈ ਕੇ ਆਈਏ ਤੇ ਚੰਗੇ ਕੰਮ ਕਰਨ। ਹੁਣ ਸਾਡੇ ਪੰਜਾਬ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ, ਅਸੀਂ ਐਗਰੀਕਲਚਰ ਕਰਦੇ ਰਹਿੰਦੇ ਹਾਂ, ਕਿਸਾਨਾਂ ਦੀ ਗੱਲ ਕਰਦੇ ਰਹਿੰਦੇ ਹਾਂ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਨਾਰਾ ਲਾਉਂਦੇ ਰਹਿੰਦੇ ਹਾਂ, ਬਟ ਕਿਸਾਨਾਂ ਨੂੰ ਇਸ ਟਾਈਮ ਦੇ ਉੱਤੇ ਡਿਵਰਸੀਫਿਕੇਸ਼ਨ ਆਫ ਕ੍ਰੌਪਸ ਦੀ ਬਹੁਤ ਜ਼ਿਆਦਾ ਲੋੜ ਹੈ। ਜੇ ਉਹ ਨਹੀਂ ਹੋਇਆ, ਬਾਕੀ ਕ੍ਰੌਪਸ ਦੇ ਉੱਤੇ MSP ਨਹੀਂ ਮਿਲੀ, ਆਉਣ ਵਾਲੇ 10-15 ਸਾਲਾਂ ਦੇ ਵਿੱਚ ਉਵੇਂ ਵੀ ਕਿਸਾਨ ਇੱਥੇ ਖੇਤੀ ਨਹੀਂ ਕਰ ਸਕਣਗੇ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਦਾ ਵਾਟਰ ਲੈਵਲ ਬਹੁਤ ਥੱਲੇ ਜਾ ਚੁੱਕਿਆ ਆ। ਸੋ ਜਿਹੜੀਆਂ ਇਹ ਗੱਲਾਂ ਨੇ, ਹਰ ਕੋਈ ਸਰਕਾਰ ਇਸ ਟਾਈਮ ਦੇ ਉੱਤੇ ਕਹਿ ਰਹੀ ਅਸੀਂ 1000 ਰੁਪਇਆ ਦੇ ਦਾਂਗੇ, ਅਸੀਂ 2000 ਦੇ ਦਾਂਗੇ, ਅਸੀਂ ਬਿਜਲੀ ਮੁਕਤ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਬਟ ਦੇ ਆਰ ਨਾਟ ਕਮਿੰਗ ਇਨਟੂ ਦ ਮੇਨ ਪੁਆਇੰਟ, ਜਿਹੜੀ ਕਿ ਇੱਕ ਫਾਰਮਰਸ ਦੀ ਮੈਨੂੰ ਵੀ ਇਹ ਗੱਲਾਂ ਦਾ ਨਹੀਂ ਪਤਾ ਸੀਗਾ। ਆਈ ਐਮ ਨੋਟ ਇਨਟੂ ਇਟ, ਬਟ ਮੈਂ ਜਦੋਂ ਆ ਕਿਸਾਨੀ ਮੋਰਚੇ ਨੂੰ ਅਟੈਂਡ ਕਰਨਾ ਸ਼ੁਰੂ ਕੀਤਾ, 1 ਸਾਲ ਹੋ ਗਿਆ ਕੰਟੀਨਿਊਸਲੀ ਫਾਰਮਰਸ ਦੇ ਵਿੱਚ ਰਹਿੰਦੇ ਹੋਏ, ਇਹ ਸਾਰੀਆਂ ਚੀਜ਼ਾਂ ਕਰਦੇ ਹੋਏ, ਫਿਰ ਜਦੋਂ ਪਿੰਡਾਂ ਦੇ ਵਿੱਚ ਜਾ ਕੇ ਨੌਲੇਜ ਮਿਲੀ ਇਸ ਗੱਲ ਦੀ, ਤਦ ਮੈਂ ਅੱਜ ਇੱਕ ਨਿਚੋੜ ਕੱਢਿਆ ਹੈ ਪੰਜਾਬ ਦਾ, ਕਿ ਜੇ ਪੰਜਾਬ ਦੇ ਵਿੱਚ ਡਿਵਰਸੀਫਿਕੇਸ਼ਨ ਆਫ ਕ੍ਰੌਪਸ ਦੀ ਗੱਲ ਨਹੀਂ ਕੀਤੀ ਗਈ, ਔਰ ਜੇ ਪੰਜਾਬ ਦੇ ਪਾਣੀ ਦੀ ਫਿਕਰ ਨਹੀਂ ਕੀਤੀ ਗਈ, ਤੇ ਅਸੀਂ ਆਉਣ ਵਾਲੇ 15 ਸਾਲਾਂ ਦੇ ਵਿੱਚ ਖੇਤੀਬਾੜੀ ਨਹੀਂ ਕਰ ਸਕਾਂਗੇ ਪੰਜਾਬ ਦੇ ਵਿੱਚ। ਔਰ ਜੇ ਸਾਡੇ ਖੇਤੀਬਾੜੀ ਮੰਤਰੀ, ਜੇ ਕੋਈ ਵੀ ਗਵਰਨਮੈਂਟ ਆਉਂਦੀ ਆ, ਜੇ ਉਹਨਾਂ ਨੇ ਪਿੰਡਾਂ 'ਚ ਸੈਮੀਨਾਰਸ ਲਾ ਕੇ ਲੋਕਾਂ ਨੂੰ ਨਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਤੁਹਾਨੂੰ ਕਿੰਨੀ ਖਾਦ ਪਾਉਣੀ ਚਾਹੀਦੀ ਹੈ,
ਦੇਖੋ ਤੁਸੀਂ ਮਾਲਵੇ ਦੇ ਵਿੱਚ ਕੀ ਹਾਲ ਹੈ, ਕਈ ਖੇਤ ਇਹ ਜਿਹੇ ਕਿ ਉਹਦੀ ਜ਼ਮੀਨ ਜਿਹੜੀ ਹੈ ਉਹਦੀ ਫਰਟੀਲਿਟੀ ਖਤਮ ਹੋ ਚੁੱਕੀ ਹੈ, ਉਹ ਰਾਜਸਥਾਨ ਵਰਗੀ ਰੇਤਲੀ ਜ਼ਮੀਨ ਬਣ ਜੂਗੀ ਜਿਹਦੇ ਵਿੱਚ ਤੁਸੀਂ ਕੋਈ ਵੀ ਉਪਜਾਊ ਸ਼ਕਤੀ ਨਹੀਂ ਬਚੂਗੀ, ਰਾਈਟ। ਔਰ ਉਹਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਵੀ ਹੁੰਦੀਆਂ ਨੇ। ਸੋ ਮੈਨੀ ਥਿੰਗਸ ਵੀ ਨੀਡ ਟੂ ਐਜੂਕੇਟ ਪੀਪਲ, ਬਟ ਕੋਈ ਨਹੀਂ ਕਰ ਰਿਹਾ। ਔਰ ਜਦੋਂ ਤੱਕ ਇਹ ਕੁਛ ਨਹੀਂ ਕਰਨਗੇ, ਹਰ ਇੱਕ ਬੰਦੇ ਨੂੰ MLA ਬਣਨ ਦੀ ਪਈ ਹੈ, ਹਰ ਇੱਕ ਬੰਦੇ ਨੂੰ ਇਲੈਕਸ਼ਨ ਜਿੱਤਣ ਦੀ ਪਈ ਹੈ, ਹਰ ਇੱਕ ਬੰਦੇ ਨੂੰ ਆਪਣੀ ਸਰਕਾਰ ਬਣਾਉਣ ਦੀ ਪਈ ਹੈ ਝੂਠੇ ਵਾਅਦੇ ਕਰਕੇ। ਜਦ ਕਿ ਪੰਜਾਬ ਦਾ ਬਜਟ, ਪੰਜਾਬ ਦੇ ਉੱਤੇ ਕਿੰਨੇ ਹਜ਼ਾਰ ਕਰੋੜ ਕਰਜ਼ਾ ਹੈ, ਉਹਦਾ ਕਿੰਨਾ ਵਿਆਜ ਜਾਂਦਾ ਹੈ, ਹਰ ਕੋਈ ਗਵਰਨਮੈਂਟ ਝੂਠੇ ਵਾਅਦੇ ਕਰਕੇ ਕਹਿੰਦੀ ਹੈ ਕਿ ਅਸੀਂ ਤਾਰ ਦਾਂਗੇ। ਉਹ 5 ਸਾਲ ਅਗਲੇ ਤੇ ਪਾ ਦਿੰਦੀ ਹੈ, ਉਹ ਅਗਲੇ ਤੇ ਪਾ ਦਿੰਦੇ, ਉਹ ਅਗਲੇ ਤੇ। ਇਸੇ ਤਰੀਕੇ ਦੇ ਨਾਲ ਰੋਟੇਸ਼ਨ ਚੱਲ ਰਹੀ ਹੈ ਪੰਜਾਬ ਦੇ ਵਿੱਚ। ਜੇ ਅੱਜ ਸੈਂਟਰਲ ਗਵਰਨਮੈਂਟ ਪੰਜਾਬ ਦਾ ਕਰਜ਼ਾ ਮਾਫ ਕਰ ਦਿੰਦੀ ਹੈ, ਪੰਜਾਬ ਦੇ ਵਿੱਚ ਡਿਵਰਸਿਫਿਕੇਸ਼ਨ ਆਫ ਕ੍ਰੌਪਸ ਦੇ ਉੱਤੇ MSP ਦੇ ਦਿੰਦੀ ਹੈ, ਸਾਡੇ ਬੰਦੀ ਸਿੱਖ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਛੱਡ ਦਿੰਦੀ ਹੈ, ਬਿਕਾਜ਼ ਸਜ਼ਾ ਤੇ ਉਹਨਾਂ ਦੀ ਪੂਰੀ ਹੋ ਹੀ ਚੁੱਕੀ ਹੈ। ਸੋ ਮੈਨੀ ਥਿੰਗਸ ਜੇ ਉਹ ਕਰਦੀ ਹੈ ਤੇ ਸਾਨੂੰ ਕੀ ਪ੍ਰੋਬਲਮ ਆ ਉਹਨਾਂ ਤੋਂ? ਦੈਨ ਆਈ ਡੋਂਟ ਥਿੰਕ ਸੋ ਕਿ ਸਾਡੇ ਪੰਜਾਬ ਦੀ ਜਿਹੜਾ ਕੋਈ ਪ੍ਰੋਬਲਮ ਜਿਹੜੀ ਵੀ ਗਵਰਨਮੈਂਟ ਸੋਲਵ ਕਰੂਗੀ, ਵੀ ਹੈਵ ਨੋ ਗ੍ਰਜਸ ਅਗੇਂਸਟ ਦੋਜ਼ ਗਵਰਨਮੈਂਟਸ। ਉਗਰਾਹਾਂ ਸਾਹਿਬ ਦਾ ਇੱਕ ਬਿਆਨ ਆਇਆ ਸੀ ਕਿ 24 ਜਥੇਬੰਦੀਆਂ ਭੁਲੇਖਾ ਕਰ ਦੇਣ ਕਿ ਸਿਸਟਮ ਦੇ ਵਿੱਚ ਆ ਕੇ ਉਹ ਕੁਝ ਸੁਧਾਰ ਕਰ ਸਕਣਗੇ। ਉਹਨਾਂ ਦੇ ਬਿਆਨ ਨੂੰ ਕਿੰਝ ਵੇਖਦੇ? ਬਿਲਕੁਲ ਸਹੀ ਕਹਿ ਰਹੇ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਜਿਹੜੀ ਹੁਣ ਇੱਕ ਜਥੇਬੰਦੀ ਬਣਾਈ ਹੈ ਕਿਸਾਨ ਮਜ਼ਦੂਰ ਏਕਤਾ ਮੰਚ, ਮੈਂ ਉਗਰਾਹਾਂ ਸਾਹਿਬ ਤੋਂ ਹੀ ਇੰਸਪਾਇਰ ਹੋ ਕੇ ਬਣਾਈ ਹੈ। ਮੈਂ ਟਿਕਰੀ ਬਾਰਡਰ ਰਹਿੰਦੀ ਸੀਗੀ, ਮੈਂ ਉੱਥੇ ਉਹਨਾਂ ਤੋਂ ਮਤਲਬ ਉਹਨਾਂ ਦੇ ਲਾਗੇ ਰਹਿੰਦੀ ਸੀਗੀ। ਜ਼ਿਆਦਾਤਰ ਮੈਂ ਉਹਨਾਂ ਦੀਆਂ ਗੱਲਾਂ, ਮੈਂ ਉਹਨਾਂ ਨੂੰ ਮਿਲਣ ਚਲ ਜਾਂਦੀ ਸੀਗੀ। ਹੀ ਇਜ਼ ਅ ਵੈਰੀ ਗੁੱਡ ਪਰਸਨ। ਮਤਲਬ ਤੁਸੀਂ ਉਹਨਾਂ ਦੇ ਉਹ ਬਿਆਨ ਤੋਂ ਸਹਿਮਤ ਹੋ? ਜੋ ਮੈਂ ਬਿਲਕੁਲ ਸਹਿਮਤ ਹਾਂ ਉਹਨਾਂ ਨਾਲ। ਤੁਹਾਡੇ ਇੱਕ ਮੈਂ ਇੰਟਰਵਿਊ ਦੇਖੀ ਸੀ, ਉਸ ਦੇ ਵਿੱਚ ਤੁਸੀਂ ਕਿਹਾ ਸੀ ਕਿ ਸਿਸਟਮ ਨੂੰ ਜੇ ਸੁਧਾਰਨਾ ਤੇ ਸਾਨੂੰ ਉਹਦੇ ਵਿੱਚ ਆਉਣਾ ਚਾਹੀਦਾ ਹੈ। ਮੈਂ ਉਹਦੇ ਨਾਲ ਹੀ ਕਹਿ ਰਹੀ ਹਾਂ ਕਿ ਚੰਗੇ ਲੋਕਾਂ ਨੂੰ ਆਉਣਾ ਚਾਹੀਦਾ ਹੈ। ਬਟ ਜਦੋਂ ਮੈਂ ਤੁਹਾਨੂੰ ਦੇਖ ਰਹੀ ਹਾਂ ਵੀ ਇਹਨਾਂ 'ਚ ਤੇ ਉਹਨਾਂ 'ਚ ਕੋਈ ਫਰਕ ਹੀ ਨਹੀਂ ਹੈ, ਜਦੋਂ ਖੁਦ ਹੀ ਇਹ ਪੋਲਿਟਿਕਸ ਕਰਕੇ ਸਹੀ ਬੰਦਿਆਂ ਨੂੰ ਟਿਕਟਾਂ ਹੀ ਨਹੀਂ ਦੇ ਰਹੇ, ਤੇ ਫਿਰ ਕੀ ਹੈ? ਕੀ ਫਰਕ ਹੈ? ਉਗਰਾਹਾਂ ਸਾਹਿਬ ਬਿਲਕੁਲ ਸਹੀ ਕਹਿੰਦੇ ਨੇ। ਹੁਣ ਮੈਂ ਵੇਖੋ, ਹੌਲੀ ਹੌਲੀ ਇਨਸਾਨ ਸਿੱਖਦਾ ਹੈ। ਮੈਂ ਇਸ ਮੋਰਚੇ ਦੇ ਵਿੱਚ ਆਉਣ ਤੋਂ ਪਹਿਲਾਂ ਇੱਕ ਕਲਾਕਾਰ ਹਾਂ, ਮੈਨੂੰ ਇਸ ਮੋਰਚੇ ਦੇ ਪ੍ਰਤੀ ਕੋਈ ਨੌਲੇਜ ਨਹੀਂ ਹੈਗੀ ਸੀ। ਇਹਦੇ ਵਿੱਚ ਰਹਿ ਕੇ ਮੈਨੂੰ ਪਤਾ ਲੱਗਾ ਵੀ ਕੀ ਸਾਰਾ ਕੁਝ ਹੁੰਦਾ ਆ। ਜਿਹੜੀਆਂ ਅੱਜ ਮੈਂ ਤੁਹਾਡੇ ਨਾਲ ਗੱਲਾਂ ਕੀਤੀਆਂ ਪੰਜਾਬ ਦੇ ਪ੍ਰਤੀ, ਉਹ ਵੀ ਮੈਨੂੰ ਇਸ ਮੋਰਚੇ ਦੇ ਵਿੱਚ ਰਹਿ ਕੇ ਪਤਾ ਲੱਗੀਆਂ, ਪਿੰਡਾਂ ਦੇ ਵਿੱਚ ਜਾ ਕੇ ਪਤਾ ਲੱਗੀਆਂ। ਉਗਰਾਹਾਂ ਸਾਹਿਬ ਦਾ ਬਹੁਤ ਲੰਬਾ ਐਕਸਪੀਰੀਅੰਸ ਆ ਜਥੇਬੰਦੀ ਨੂੰ ਲੈ ਕੇ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜਥੇਬੰਦੀ ਨੂੰ ਦਿੱਤੀ ਹੈ, ਰਾਈਟ। ਮੈਂ ਆਪਣੇ ਫਾਦਰ ਨੂੰ ਨਹੀਂ ਦੇਖਿਆ, ਬਟ ਮੈਂ ਉਗਰਾਹਾਂ ਸਾਹਿਬ ਨੇ ਜੋ ਮੈਨੂੰ ਮੇਰੇ ਪਾਪਾ ਬਾਰੇ ਵੀ ਦੱਸਿਆ, ਔਰ ਜੋ ਮੈਂ ਉਹਨਾਂ ਨਾਲ ਗੱਲ ਕਰਦੀ ਹਾਂ, ਜੋ ਮੈਂ ਜਦੋਂ ਮੈਨੂੰ ਸਭ ਤੋਂ ਜ਼ਿਆਦਾ ਔਖਾ ਟਾਈਮ ਸੀਗਾ ਮੇਰਾ, ਮੈਂ ਕਹਿੰਦੀ ਹਾਂ ਉੱਥੇ ਕਿਸਾਨ ਮੋਰਚੇ ਦੇ ਵਿੱਚ, ਜਦੋਂ ਆਈ ਵਾਸ ਫੇਸਿੰਗ ਸੋ ਮੈਨੀ ਥਿੰਗਸ, ਜਦੋਂ ਉਗਰਾਹਾਂ ਸਾਹਿਬ ਨੇ ਮੇਰੇ ਕੋਲ ਮੈਨੂੰ ਮੈਂਟਲੀ ਸਪੋਰਟ ਦਿੱਤੀ ਸੀਗੀ। ਐਂਡ ਹੀ ਯੂਜ਼ਡ ਟੂ ਟ੍ਰੀਟ ਮੀ ਲਾਈਕ ਅ ਡਾਟਰ, ਐਂਡ ਉਹਨਾਂ ਨੇ ਮੈਨੂੰ ਇਹ ਗੱਲਾਂ ਬਹੁਤ ਸਮਝਾਈਆਂ ਡੀਪਲੀ। ਉਦੋਂ ਮੈਨੂੰ ਕੁਛ ਚੀਜ਼ਾਂ ਸਮਝ ਲੱਗਦੀਆਂ ਸੀਗੀਆਂ, ਕੁਛ ਨਹੀਂ ਲੱਗਦੀਆਂ ਸੀਗੀਆਂ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਕਿਉਂ ਨਹੀਂ ਇਲੈਕਸ਼ਨ ਲੜਦੇ, ਤੁਹਾਨੂੰ ਆਉਣਾ ਚਾਹੀਦਾ ਹੈ। ਉਹਨਾਂ ਨੇ ਮੈਨੂੰ ਉਹ ਜਿਹੜੇ ਆਨਸਰ ਉਦੋਂ ਮੈਨੂੰ ਦਿੰਦੇ ਸੀ ਨਾ, ਉਹਨਾਂ ਦਾ ਆਨਸਰ ਮੈਨੂੰ ਹੁਣ ਮਿਲਿਆ। ਕਿਉਂਕਿ ਮੈਨੂੰ ਲੱਗਦਾ ਹੈ ਕਿ ਜਦੋਂ ਤੱਕ ਆਪਾਂ ਚੀਜ਼ਾਂ ਦੇ ਵਿੱਚ ਜਾ ਕੇ ਆਪਾਂ ਐਕਸਪੀਰੀਅੰਸ ਨਹੀਂ ਨਾ ਕਰਦੇ, ਉਦੋਂ ਤੱਕ ਸਾਨੂੰ ਨਹੀਂ ਪਤਾ ਲੱਗਦੀਆਂ ਉਹ ਸਾਰੀਆਂ ਚੀਜ਼ਾਂ। ਔਰ ਜਦੋਂ ਜਿਹੜੀ ਉਗਰਾਹਾਂ ਸਾਹਿਬ ਚੀਜ਼ ਕਰ ਰਹੇ ਨੇ, ਇੱਕ ਜਥੇਬੰਦੀ ਬਣਾ ਕੇ ਇੱਕ ਸਰਕਾਰ ਦੇ ਖਿਲਾਫ ਲੜਨਾ, ਉਹ ਬਹੁਤ ਬਹੁਤ ਤਾਕਤਵਰ, ਮਤਲਬ ਬਹੁਤ ਮੈਂ ਕਹਿੰਦੀ ਬਹੁਤ ਚੰਗਾ ਕੰਮ ਆ ਉਹ। ਸੋਨੀਆ, ਇੱਕ ਨਾ ਜ਼ਿਕਰ ਹਮੇਸ਼ਾ ਕਰਦੇ, ਮੈਂ ਅਕਸਰ ਅਸੀਂ ਖਬਰਾਂ ਦੇਖਦੇ ਹਾਂ ਜਾਂ ਲੋਕਾਂ ਦੇ ਵਿੱਚ ਵਿਚਰਦੇ, ਉਹ ਕਹਿੰਦੇ ਨੇ ਕਈਆਂ ਦਾ ਪੱਖ, ਇਹ ਨਹੀਂ ਹਰ ਕੋਈ ਕਹਿ ਰਿਹਾ, ਕੋਈ ਕਹਿ ਰਿਹਾ ਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਅੱਗੇ ਲਾ ਲਿਆ ਸੀ, ਆਪਣੀਆਂ ਮੰਗਾਂ ਮਨਵਾ ਲਈਆਂ ਸੀ, ਪਰ ਹੁਣ ਜਦੋਂ ਸਿਆਸਤ ਦੇ ਵਿੱਚ ਆ ਰਹੇ ਨੇ, ਉਹ ਕਿਤੇ ਨਾ ਕਿਤੇ ਉਹਨਾਂ ਨੇ ਕੁਝ ਗਲਤੀ ਕਰ ਦਿੱਤੀ। ਵੇਖੋ, ਬਿਲਕੁਲ ਗਲਤ। ਮੈਂ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਵੀ ਜੇ ਤੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਇਕਜੁੱਟ ਹੋ ਕੇ ਜਿਸ ਤਰੀਕੇ ਨਾਲ ਮੋਰਚਾ ਲੜਿਆ ਸੀਗਾ, ਉਸੇ ਤਰੀਕੇ ਦੇ ਨਾਲ ਇਲੈਕਸ਼ਨ ਵੀ ਲੜਦੀਆਂ, ਤੇ ਸਾਰੇ ਲੋਕਾਂ ਦਾ ਸਮਰਥਨ ਹੋਣਾ ਸੀਗਾ। ਐਂਡ ਦੂਜੀ ਗੱਲ ਇਹ, ਉਹਦੇ ਵਿੱਚ ਉਹ ਕੁਛ ਜਿਵੇਂ ਮੈਂ ਕਿਹਾ ਵੀ ਸਹੀ ਕੈਂਡੀਡੇਟਸ ਨੂੰ ਸਹੀ ਜਗ੍ਹਾ ਤੋਂ ਟਿਕਟ ਦਿੰਦੀਆਂ, ਪਾਰਸ਼ੈਲਿਟੀ ਨਾ ਕਰਦੀਆਂ। ਐਂਡ ਦੇ ਆਰ ਪਾਰਸ਼ਲ ਪੀਪਲ। ਸੋ ਮੈਨੂੰ ਲੱਗਦਾ ਹੈ ਰਾਈਟ ਨਾਓ ਜਿਹੜੀਆਂ ਜਥੇਬੰਦੀਆਂ ਇਲੈਕਸ਼ਨ ਲੜ ਰਹੀਆਂ ਨੇ, ਆਈ ਐਮ ਨਾਟ ਸਪੋਰਟਿੰਗ them at all, because there is no difference between them and a mainstream parties, because they are same। ਜੋ ਮੈਂ ਉਹਨਾਂ ਦਾ ਸਟੱਡੀ ਕੀਤਾ ਹੈ ਔਰ ਜੋ ਮੈਂ ਉਹਨਾਂ ਨੂੰ ਜਾਣਿਆ ਆ ਹੁਣ ਤੱਕ। ਸੋ ਮੈਨੂੰ ਇਹ ਲੱਗਦਾ ਵੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦੀ ਹਾਂ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੇ 15 ਸਾਲਾਂ ਦੇ ਵਿੱਚ ਤੁਹਾਡੀ ਖੇਤੀਬਾੜੀ
ਬੰਦ ਨਾ ਹੋਵੇ। ਤੁਸੀਂ ਆਪਣੀਆਂ ਜਿਹੜੀਆਂ ਡਿਵਰਸੀਫਿਕੇਸ਼ਨ ਆਫ ਕ੍ਰੌਪਸ ਔਰ ਜਿਹੜੀ MSP ਦੂਜੀਆਂ ਫਸਲਾਂ ਦੇ ਉੱਤੇ ਉਹਦੇ ਉੱਤੇ ਫੋਕਸ ਕਰੋ, ਔਰ ਉਹਦੇ ਵਾਸਤੇ ਜਿਹੜੀਆਂ ਮੇਨ ਜਥੇਬੰਦੀਆਂ ਨਾਨ ਪੋਲੀਟੀਕਲ ਜਿਹੜੀਆਂ ਹੈਗੀਆਂ ਨੇ, ਜਿਹੜੀਆਂ ਤੁਹਾਡੇ ਹੱਕਾਂ ਵਾਸਤੇ ਲੜ ਰਹੀਆਂ ਨੇ, ਉਹਦੇ ਵਾਸਤੇ ਇੱਕ ਵੱਡਾ ਮੋਰਚਾ ਲਾਉਣ ਦੀ ਕੋਸ਼ਿਸ਼ ਕਰੋ। ਜਿਵੇਂ ਉਗਰਾਹਾਂ ਸਾਹਿਬ ਹੋ ਗਏ, ਦੂਜੀਆਂ ਜਥੇਬੰਦੀਆਂ ਹੋ ਗਈਆਂ, ਉਹਨਾਂ ਦੇ ਨਾਲ ਮਿਲ ਕੇ। ਔਰ ਅਸੀਂ ਵੀ ਜਿਹੜੀ ਮੈਂ ਕੋਸ਼ਿਸ਼ ਕੀਤੀ ਆ, ਮੈਨੂੰ ਕੋਈ ਇੰਨਾ ਐਕਸਪੀਰੀਅੰਸ ਨਹੀਂ, ਬਟ ਮੈਂ ਕਿਸਾਨ ਮਜ਼ਦੂਰ ਏਕਤਾ ਮੰਚ ਬਣਾਇਆ ਹੈ, ਔਰ ਮੈਨੂੰ ਲੱਗਦਾ ਹੈ ਵੀ ਉਸ ਦੇ ਵਿੱਚ ਆਪਣੀਆਂ ਭੈਣਾਂ ਜਵਾਨ ਕੁੜੀਆਂ ਨੂੰ ਵੀ ਪਾਰਟਿਸਿਪੇਟ ਕਰਨਾ ਚਾਹੀਦਾ ਆ, ਕਿਉਂਕਿ ਅਸੀਂ ਕਿਤੇ ਨਾ ਕਿਤੇ ਰੋਜ਼ ਹਰ ਕੋਈ ਰੋਟੀ ਖਾ ਕੇ ਸੌਂਦਾ ਹੈ, ਔਰ ਅਸੀਂ ਕੋਈ ਆਪਾਂ ਵੀ ਕਿਸਾਨ ਦੀਆਂ ਧੀਆਂ ਆ। ਔਰ ਕਿਉਂਕਿ ਮੈਂ ਇਸ ਮੋਰਚੇ ਦੇ ਵਿੱਚ ਨੋਟਿਸ ਕੀਤਾ ਸੀਗਾ ਕਿ ਜਿੰਨੀਆਂ ਬਜ਼ੁਰਗ ਮਾਵਾਂ ਸੀਗੀਆਂ, ਜਿੰਨੇ ਬਜ਼ੁਰਗ ਲੋਕੀ ਸੀਗੇ, ਉਹੀ ਜ਼ਿਆਦਾਤਰ ਸੀਗੀਆਂ ਸਾਡੀਆਂ ਮਾਵਾਂ ਉੱਥੇ। ਦੇਖੋ ਸਾਡੀਆਂ ਮਾਵਾਂ ਕਿੰਨਾ ਦੇਰ ਤੱਕ ਸਾਡੇ ਵਾਸਤੇ ਕਰਨਗੀਆਂ। ਸਾਡੀ ਦਾਦੀ ਦੀ ਉਮਰ ਦੇ ਬਜ਼ੁਰਗ ਜਿਹੜੇ ਸੀਗੇ ਉਹ ਸੀਗੇ, ਬਟ ਯੂਥ ਜਿਹੜਾ ਅੱਜ ਦੀ ਡੇਟ ਦੇ ਵਿੱਚ ਜਿਹੜਾ ਆਪਣਾ ਕਿਤੇ ਨਾ ਕਿਤੇ ਆਈਲੈਟਸ ਕਰਕੇ ਬਾਹਰ ਜਾਣਾ ਚਾਹੁੰਦਾ ਹੈ, ਜਾਂ ਕਿਤੇ ਨਾ ਕਿਤੇ ਆਪਣੀਆਂ ਚੀਜ਼ਾਂ ਦੇ ਵਿੱਚ ਵਿਅਸਤ ਆ, ਮੈਨੂੰ ਲੱਗਦਾ ਹੈ ਵੀ ਤੁਹਾਨੂੰ ਸਟੂਡੈਂਟ ਪੋਲੀਟਿਕਸ ਦੇ ਵਿੱਚ ਜਿਹੜੀਆਂ ਕੁੜੀਆਂ ਆਉਣਾ ਚਾਹੁੰਦੀਆਂ ਨੇ, ਔਰ ਜਿਹੜੀਆਂ ਯੂਨੀਵਰਸਿਟੀ ਲੈਵਲ ਦੇ ਉੱਤੇ ਗੁੱਡ ਸਪੀਕਰਸ ਨੇ, they should come together and please come across our ਜਥੇਬੰਦੀ, because this is not my, this is all of us, and ਇਹ ਇਸੇ ਕਰਕੇ ਬਣਾਈ ਆ ਤਾਂ ਕਿ ਜਿੰਨੀਆਂ ਕੁੜੀਆਂ ਆ ਉਹ ਵੀ ਇਹਦੇ ਵਿੱਚ ਜ਼ਿਆਦਾ ਤੱਕ ਆ ਸਕਣ, ਔਰ ਹਰ ਕੋਈ ਆਪਣੇ ਆਪਣੇ ਹਲਕੇ ਦੇ ਵਿੱਚ ਅਵੇਅਰਨੈਸ ਕਰ ਸਕਣ, ਔਰ ਸਾਰਿਆਂ ਨੂੰ ਜੋੜ ਸਕਣ, ਕੁੜੀਆਂ ਦੇ ਨਾਲ ਨਾਲ ਯੂਥ ਨੂੰ ਜੋੜ ਸਕਣ, ਤਾਂ ਕਿ ਆਪਾਂ ਆਪਣੇ ਪੰਜਾਬ ਦੇ ਜਿਹੜੇ ਹੱਕ ਆ, ਮੇਨ ਹੱਕਾਂ ਦੇ ਉੱਤੇ ਫੋਕਸ ਕਰਕੇ ਗਵਰਨਮੈਂਟ ਕੋਲੋਂ ਉਹਦੀ ਡਿਮਾਂਡ ਕਰ ਸਕੀਏ। ਸੋਨੀਆ, ਮੈਂ ਇੱਕ ਸਵਾਲ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਹੁਣ ਤੁਸੀਂ ਕਹਿ ਰਹੇ ਹੋ ਕਿ ਸਿਆਸਤ ਦੇ ਵਿੱਚ ਤੁਸੀਂ ਨਹੀਂ ਆਓਗੇ, ਹੈ ਨਾ, ਆਪਣੀ ਤੁਸੀਂ ਜਥੇਬੰਦੀ ਬਣਾਈ ਹੈ। ਜਥੇਬੰਦੀ ਨੂੰ ਛੱਡ ਕੇ ਤੁਸੀਂ ਹੋਰ ਆਪਣੇ ਜੋ ਤੁਹਾਡਾ ਪਹਿਲਾ ਕੰਮ ਸੀ ਕਲਾਕਾਰ ਵਾਲਾ, ਕੀ ਤੁਸੀਂ ਉਹਦੇ ਵਿੱਚ ਚਾਹੋਗੇ ਜਾਂ ਹੁਣ ਕੀ ਕਰੋਗੇ? ਆਈ ਵਿਲ ਮੈਂ ਕਰੂੰਗੀ, ਆਪਣੀਆਂ ਫਿਲਮਾਂ ਕਰੂੰਗੀ, ਆਪਣੇ ਗਾਣੇ ਕਰੂੰਗੀ, ਔਰ ਮੇਰੀ ਮਾਈ ਭਾਗੋ ਚੈਰਿਟੀ ਆ ਉਹ ਵੀ ਰਨ ਕਰੂੰਗੀ। ਉਹਦੇ ਥਰੂ ਅਸੀਂ ਪਿੰਡਾਂ ਦੇ ਵਿੱਚ ਸਿਲਾਈ ਸੈਂਟਰ ਖੋਲ੍ਹਣੇ ਸ਼ੁਰੂ ਕੀਤੇ ਆ, ਸੋ ਦੈਟ ਕਿ ਅਸੀਂ ਕੁੜੀਆਂ ਨੂੰ ਰੁਜ਼ਗਾਰ ਦੇ ਸਕੀਏ ਸਿਲਾਈ ਸਿਖਾ ਕੇ, ਬਿਕਾਜ਼ ਅੱਜ ਕੱਲ੍ਹ ਸਟਿਚਿੰਗ ਵੀ ਬਹੁਤ ਮਹਿੰਗੀ ਆ। ਔਰ ਮੈਂ ਕੋਸ਼ਿਸ਼ ਕੀਤੀ ਆ ਹੁਣ ਜਿਹੜੇ ਵੀ ਲੋਕੀ ਮੇਰੇ ਨਾਲ ਜੁੜਨਗੇ, ਹੈਲਪ ਕਰਨਗੇ, ਬਿਕਾਜ਼ ਆਈ ਕਾਂਟ ਚੇਂਜ, ਮੈਂ ਇਕੱਲੀ ਨਹੀਂ ਚੇਂਜ ਕਰ ਸਕਦੀ ਸਿਸਟਮ ਨੂੰ। ਮੈਂ ਤਾਂ ਸਿਰਫ ਤੁਹਾਡੇ ਚੈਨਲ ਦੇ ਪ੍ਰਤੀ ਇਹ ਸਾਰੀਆਂ ਗੱਲਾਂ ਕਹਿ ਸਕਦੀ ਹਾਂ, ਔਰ ਮੈਂ ਚਾਹੁੰਦੀ ਹਾਂ ਵੀ ਸਾਰੇ ਸਾਡੀ ਮਾਈ ਭਾਗੋ ਚੈਰਿਟੀ ਦੇ ਨਾਲ ਵੀ ਜੁੜਨ, ਔਰ ਸਾਡੀ ਕਿਸਾਨ ਮਜ਼ਦੂਰ ਏਕਤਾ ਮੰਚ ਦੇ ਨਾਲ ਵੀ ਜੁੜਨ, ਕਿਉਂਕਿ ਅਸੀਂ ਹਰਿਆਣਾ, ਪੰਜਾਬ, UP, ਉੱਤਰਾਖੰਡ ਸਾਰੇ ਕਿਤੇ ਬਣਾਈ ਆ, ਔਰ ਸਾਰਿਆਂ ਨੂੰ ਅੱਗੇ ਆ ਕੇ ਖੁਦ ਜੁਆਇਨ ਕਰਨਾ ਚਾਹੀਦਾ ਆ, ਖੁਦ ਆਪਣੇ ਇਲਾਕੇ ਦੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ। ਐਂਡ ਬਾਕੀ ਪੋਲੀਟਿਕਸ ਦੇ ਵਿੱਚ ਰਾਈਟ ਨਾਓ ਮੈਨੂੰ ਪਤਾ ਨਹੀਂ, ਬਿਕਾਜ਼ ਆਈ ਡੋਂਟ ਟਰਸਟ ਪੀਪਲ ਦੈਟ ਮਚ, ਬਿਕਾਜ਼ ਮੈਨੂੰ ਬਹੁਤ ਘੱਟ ਲੋਕੀ ਚੰਗੇ ਲੱਗਦੇ ਨੇ ਵੀ ਜਿਹੜੇ ਸੋਨੀ। ਫਿਰ ਵੀ ਨਾ ਕੁਛ ਇੱਦਾਂ ਦਾ ਤੁਸੀਂ ਅਕਸਰ ਸਿਆਸਤਦਾਨਾਂ ਦੇ ਵਿੱਚ ਵੀ ਵਿਚਰੇ ਹੋ, ਤੁਹਾਡੀ ਮੁਲਾਕਾਤਾਂ ਹੋਈਆਂ ਨੇ ਆਮ ਆਦਮੀ ਪਾਰਟੀ ਦੇ ਨਾਲ, ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਸਾਰੀਆਂ ਪਾਰਟੀਆਂ ਦੇ ਵਿੱਚ ਤੁਸੀਂ ਵਿਚਰੇ ਹੋਵੋਗੇ, ਕਿਤੇ ਨਾ ਕਿਤੇ ਕੁਝ ਤਾਂ ਲੱਗਦਾ ਹੁੰਦਾ ਕਿ ਚਲੋ ਇਹ ਥੋੜੀ ਜਿਹੀ ਪਾਰਟੀ ਹੈਗੀ ਹੈ ਕਿ ਹਾਂ ਵੀ ਸਹੀ ਹੈ ਜਾਂ ਲੋਕਾਂ ਦੀ ਗੱਲ ਕਰ ਸਕਦੀ ਹੈ, ਕੁਛ ਹੈ? ਵੇਖੋ ਮੇਰੀ ਗੱਲ ਸੁਣੋ, ਮੈਨੂੰ ਸਹੀ ਗੱਲ ਦੱਸਾਂ, ਮੈਨੂੰ ਆਮ ਆਦਮੀ ਪਾਰਟੀ ਲੱਗਦੀ ਸੀਗੀ ਕਿ ਇਹ ਲੋਕਾਂ ਦੀ ਗੱਲ ਕਰ ਸਕਦੀ ਆ। ਭਗਵੰਤ ਮਾਨ ਭਾਜੀ ਬਹੁਤ ਚੰਗੇ ਨੇ, ਹੀ ਇਜ਼ ਅ ਓਨੈਸਟ ਪਰਸਨ, ਮੈਂ ਉਹਨਾਂ ਦੀ ਗਰੰਟੀ ਲੈ ਸਕਦੀ ਹਾਂ, ਪਰ ਮੈਂ ਬਾਕੀ ਲੋਕਾਂ ਦੀ ਨਹੀਂ ਲੈ ਸਕਦੀ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਬਾਕੀ ਲੋਕੀ ਨੇ, ਠੀਕ ਆ, ਬਿਕਾਜ਼ ਕਈ ਬਹੁਤ ਸੱਚੇ ਵੀ ਆ, ਕਈ ਬਹੁਤ ਝੂਠੇ ਵੀ ਆ, ਠੀਕ ਆ, ਔਰ ਮੈਂ ਐਕਸਪੀਰੀਅੰਸ ਕੀਤਾ ਇਸ ਚੀਜ਼ ਨੂੰ। ਤੁਸੀਂ ਦੇਖ ਲਓ ਮੋਹਾਲੀ ਦੀ ਟਿਕਟ, ਮੋਹਾਲੀ ਜਨਰਲ ਸੀਟ ਆ, ਇੱਕ ਐਸੀ ਕੈਂਡੀਡੇਟ ਨੂੰ ਟਿਕਟ ਦੇ ਦਿੱਤੀ ਪੈਸੇ ਲੈ ਕੇ, ਕੁਲਵੰਤ ਨੂੰ, ਜਿਹੜਾ ਐਕਸ ਮੇਅਰ ਸੀਗਾ, ਔਰ ਖਾਸ ਕਰਕੇ ਉਹ ਅਕਾਲੀ ਦਲ ਦੇ ਵਿੱਚ ਸੀਗਾ ਪਹਿਲੋਂ। ਜੀ ਆਮ ਆਦਮੀ ਪਾਰਟੀ ਕਾਹਦੀ ਹੈ? ਆਮ ਲੋਕਾਂ ਦੀ, ਚੰਗੇ ਇਮਾਨਦਾਰ ਲੋਕਾਂ ਦੀ। ਆਮ ਆਦਮੀ ਪਾਰਟੀ ਨੂੰ ਇਸ ਕਰਕੇ ਅਸੀਂ ਸਪੋਰਟ ਕਰਨੀ ਸ਼ੁਰੂ ਕੀਤੀ ਸੀਗੀ। ਜੇ ਆਮ ਆਦਮੀ ਪਾਰਟੀ ਕੱਢੇ ਹੋਏ ਲੋਕੀ, ਯੂਜ਼ ਕੀਤੇ ਹੋਏ ਲੋਕੀ, ਅਕਾਲੀ ਦਲ ਤੋਂ, ਕਾਂਗਰਸ ਤੋਂ, ਉਹਨਾਂ ਨੂੰ ਤੁਸੀਂ ਟਿਕਟ ਦੇ ਰਹੇ ਹੋ, ਉਹ ਵੀ ਪੈਸੇ ਲੈ ਕੇ, ਰਾਈਟ? ਮੈਨੂੰ ਇੱਕ ਗੱਲ ਦੱਸੋ, ਕੁਲਵੰਤ ਤੁਸੀਂ ਕਹਿੰਦੇ ਹੋ ਐਕਸ ਮੇਅਰ ਸੀਗਾ, ਰਾਈਟ, ਅਕਾਲੀ ਦਲ ਦੇ ਨਾਲ ਜੁੜਿਆ, ਉਸ ਤੋਂ ਬਾਅਦ ਉਹਨੇ ਆਜ਼ਾਦ ਗਰੁੱਪ ਬਣਾਇਆ, ਰਾਈਟ, ਔਰ ਜਨਰਲ ਸੀਟ ਦੇ ਉੱਤੇ ਕੀ ਗੱਲ ਆਮ ਆਦਮੀ ਪਾਰਟੀ ਦੇ ਕੋਲ ਮੋਹਾਲੀ ਦੇ ਵਿੱਚ ਕੈਂਡੀਡੇਟਸ ਨਹੀਂ ਹੈਗੇ ਸੀਗੇ, ਇੰਨੇ ਕੇਪੇਬਲ ਨਹੀਂ ਸੀਗੇ ਕਿ ਉਹਨਾਂ ਦੇ ਵਿੱਚੋਂ ਕਿਸੇ ਨੂੰ ਟਿਕਟ ਦੇ ਸਕਣ? ਉਹਨੂੰ ਹੀ ਕਿਉਂ ਦਿੱਤੀ? ਤੁਹਾਡਾ ਜ਼ਿਕਰ ਆਇਆ ਸੀ ਕਿ ਤੁਹਾਨੂੰ ਮੋਹਾਲੀ ਤੋਂ ਆਫਰ ਕੀਤਾ। ਮੈਨੂੰ ਮੋਹਾਲੀ ਤੋਂ ਆਫਰ ਕੀਤੀ ਸੀਗੀ, ਮੈਂ ਮੰਨਦੀ ਹਾਂ ਮੈਨੂੰ ਆਫਰ ਕੀਤੀ ਸੀਗੀ, ਬਟ ਦ ਥਿੰਗ ਇਜ਼ ਦੈਟ ਮੇਰਾ ਸਿਨੈਰੀਓ ਨਹੀਂ ਬਣਿਆ, ਮੇਰਾ ਮਾਈਂਡ ਫਿਕਸ ਅਪ ਨਹੀਂ ਹੋਇਆ ਉਸ ਚੀਜ਼ ਦੇ ਵਿੱਚ, ਕਿਸੇ ਚੀਜ਼ ਦੇ ਵਿੱਚ। ਹੁਣ ਮੈਂ
ਅਨਮੋਲ ਗਗਨ ਮਾਨ ਆ, ਉਹ ਵਿਚਾਰੀ ਆਪਣਾ ਕਰੀਅਰ ਛੱਡ ਕੇ ਟੋਟਲੀ ਲੋਕਾਂ ਦੇ ਵਿੱਚ ਫੋਕਸ ਕਰ ਰਹੀ ਹੈ। ਆਈ ਸਪੋਰਟ ਹਰ ਬਿਕਾਜ਼ ਲਾਈਕ ਉਹਨੇ ਆਪਣਾ, ਮੈਂ ਆਈ ਕੈਨ ਅੰਡਰਸਟੈਂਡ ਇੱਕ ਕਲਾਕਾਰ ਦੀ ਲਾਈਫ ਜਿਹੜੀ ਹੁੰਦੀ ਆ, ਮਤਲਬ ਸ਼ੀ ਇਜ਼ ਅ ਗੁੱਡ ਗਰਲ, ਆਈ ਬਿਲੀਵ ਸੋ ਸ਼ੀ ਉਹ ਕੰਮ ਕਰੂਗੀ ਤੇ ਓਨੈਸਟੀ ਦੇ ਨਾਲ ਕੰਮ ਕਰੂਗੀ, ਹੈ ਨਾ। ਜਿਵੇਂ ਮੈਂ ਭਗਵੰਤ ਮਾਨ ਭਾਜੀ ਕਹਿਤਾ, ਭਗਵੰਤ ਮਾਨ ਭਾਜੀ ਚਲੋ ਮੈਂ ਪਰਸਨਲੀ ਉਹਨਾਂ ਦੀ ਸਪੋਰਟ ਕਰਦੀ, ਇਜ਼ ਅ ਗੁੱਡ ਪਰਸਨ, ਰਾਈਟ। ਬਾਕੀ ਮੈਂ ਜਿਵੇਂ ਪਹਿਲੋਂ ਵੀ ਇਹ ਗੱਲ ਕਹੀ ਸੀ ਕਿ ਹਰ ਇੱਕ ਪਾਰਟੀ 'ਚ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਕੁਛ ਗਲਤ ਲੋਕੀ ਹੁੰਦੇ, ਕੋਈ ਸਹੀ ਲੋਕੀ ਹੁੰਦੇ ਨੇ, ਰਾਈਟ। ਸੋ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਗਲਤ ਲੋਕੀ ਨੇ ਜਿਨ੍ਹਾਂ ਨੇ ਗਲਤ ਲੋਕਾਂ ਨੂੰ ਕੁਛ ਲੋਕ ਵੇਖੋ, ਲੋਕੀ ਐਵੇਂ ਨਹੀਂ ਕਹਿ ਦਿੰਦੇ ਪੈਸੇ ਲੈ ਕੇ ਟਿਕਟ ਦਿੱਤੀ ਹੋਊਗੀ ਕਿਤੇ ਨਾ ਕਿਤੇ, ਰਾਈਟ। ਜੇ ਉਹ ਵੀ ਕਰਪਸ਼ਨ ਕਰ ਰਹੇ ਨੇ, ਫਿਰ ਜੇ ਅਕਾਲੀ ਵੀ ਕਰਪਸ਼ਨ ਕਰ ਰਹੇ ਨੇ, ਜੇ ਕਾਂਗਰਸ, ਫਿਰ ਫਰਕ ਕਿਹਦੇ 'ਚ ਹੈ? ਫਰਕ ਤੇ ਕਿਸੇ ਦੇ ਵਿੱਚ ਵੀ ਨਹੀਂ ਹੈਗਾ, ਰਾਈਟ। ਸੋ ਮੈਨੂੰ ਇਹ ਲੱਗਦਾ ਵੀ ਵੇਖੋ ਜੀ, ਇਸ ਟਾਈਮ ਦੇ ਉੱਤੇ ਦੇ ਪੰਜਾਬ ਦੇ ਵਿੱਚ ਖਿਚੜੀ ਪੱਕੀ ਹੋਈ ਹੈ, ਔਰ ਜਿਹੜਾ ਵੀ ਤੁਹਾਡੇ ਹਲਕੇ ਦਾ ਕੈਂਡੀਡੇਟ ਤੁਹਾਨੂੰ ਸਹੀ ਲੱਗਦਾ ਔਰ ਜੇ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਸੇਫ ਵੇਖਣਾ ਚਾਹੁੰਦੇ ਹੋ ਤੇ ਦੈਨ ਪਲੀਜ਼ ਆਪਣੇ ਏਰੀਆ ਦੇ ਵਿੱਚ ਫੋਕਸ ਇਸ ਗੱਲ ਦੇ ਉੱਤੇ ਕਰੋ ਕਿ ਤੁਸੀਂ ਸ਼ਰਾਬ ਤੇ ਸੂਟ ਔਰ ਆਪਣੀਆਂ ਵੋਟਾਂ ਵੇਚੋ ਨਾ, ਕਰਪਸ਼ਨ ਤੋਂ ਬਿਨਾ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੋ। ਸੋ ਅਸੀਂ ਇਹ ਸਮਝੀਏ ਕਿ ਸੋਨੀਆ ਮਾਨ ਹੁਣ ਸਿਆਸਤ ਦੇ ਵਿੱਚ ਹਲੇ ਨਹੀਂ ਆ ਰਹੀ? ਫਿਲਹਾਲ ਤੇ ਨਹੀਂ ਆ ਰਹੀ ਬਿਲਕੁਲ ਵੀ, ਔਰ ਬਿਕਾਜ਼ ਫਿਲਹਾਲ ਮੇਰਾ ਮਾਈਂਡ ਸੈਟ ਨਹੀਂ ਹੈਗਾ ਕਿਸੇ ਵੀ ਪਾਰਟੀ ਦੇ ਨਾਲ, ਬਿਕਾਜ਼ ਆਈ ਹੋ ਸਕਦਾ ਕਿ ਆਉਣ ਵਾਲੇ ਆਈ ਡੋਂਟ ਟਰਸਟ ਐਨੀਵਨ ਰਾਈਟ ਨਾਓ। ਮੈਨੂੰ ਸਿਰਫ ਇਹ ਹੈ ਵੀ ਜਿਹੜਾ ਮੇਰੇ ਪੰਜਾਬ ਦੇ ਵਾਸਤੇ ਕੁਝ ਚੰਗਾ ਕਰੇ, ਔਰ ਮੇਰੇ ਪੰਜਾਬ ਵਾਸਤੇ ਜੋ ਮੈਂ ਪਹਿਲੋਂ ਮੰਗਾਂ ਰੱਖੀਆਂ ਉਹ ਕੋਈ ਵੀ ਪਾਰਟੀ ਕਰਦੇ ਸਾਡੇ ਵਾਸਤੇ ਤੇ ਉਹੀ ਚੰਗੀ ਹੈ ਜੋ ਸਾਡੇ ਪੰਜਾਬ ਵਾਸਤੇ ਸੋਚੇ। ਬਾਕੀ ਮੈਨੂੰ ਹਜੇ ਕਿਸੇ ਤੇ ਕੋਈ ਵਿਸ਼ਵਾਸ ਨਹੀਂ ਹੈਗਾ। ਬਾਕੀ ਆਈ ਬਿਲੀਵ ਨਵਜੋਤ ਸਿੰਘ ਸਿੱਧੂ ਨੂੰ ਮੈਂ ਮਿਲੀ ਸੀਗੀ ਔਰ ਉਹਨਾਂ ਦੇ ਵਿਚਾਰ ਜਾਣੇ ਔਰ ਉਹਨਾਂ ਦੀਆਂ ਗੱਲਾਂ ਸੁਣੀਆਂ, ਇਜ਼ ਅ ਗੁੱਡ ਪਰਸਨ। ਸੋ ਜੇ ਉਹ ਆਉਂਦੇ ਨੇ ਤੇ ਉਹ ਵੀ ਕੁਝ ਚੰਗਾ ਕਰਨ, ਔਰ ਜਿਨ੍ਹਾਂ ਨੂੰ ਮੈਂ ਮਿਲੀ ਹਾਂ, ਗੱਲਾਂ ਸੁਣੀਆਂ ਨੇ, ਕੀਤੀਆਂ ਨੇ, ਸੋ ਜੇ ਉਹ ਚੰਗਾ ਕਰਨਾ ਚਾਹੁੰਦੇ ਨੇ ਪੰਜਾਬ ਦੇ ਵਿੱਚ। ਦੇਖੋ ਤੁਸੀਂ ਜ਼ਿਕਰ ਕੀਤਾ ਆਮ ਆਦਮੀ ਪਾਰਟੀ 'ਚੋਂ ਭਗਵੰਤ ਮਾਨ ਦਾ, ਤੁਸੀਂ ਅਨਮੋਲ ਗਗਨ ਮਾਨ ਦਾ ਵੀ ਜ਼ਿਕਰ ਕਰ ਰਹੇ ਹੋ, ਕਾਂਗਰਸ ਦੇ ਵਿੱਚੋਂ ਤੁਸੀਂ ਨਵਜੋਤ ਸਿੱਧੂ ਦਾ ਜ਼ਿਕਰ ਕੀਤਾ। ਇਹਨਾਂ ਦੇ ਵਿੱਚੋਂ ਚਲੋ ਤੁਹਾਡੀ ਜੋ ਵੀ ਤੁਸੀਂ ਕਹਿੰਦੇ ਹੋ ਕਿ ਇਹ ਚੀਜ਼ ਹੋਣੀ ਚਾਹੀਦੀ ਹੈ, ਪੰਜਾਬ ਦੀ ਗੱਲ ਕਰਦੇ ਆ, ਫਿਰ ਹਾਂ ਸੱਚ, ਕਿੱਦਾਂ ਹਾਂ ਰੁਕ ਕਰੇ? ਵੇਖੋ ਮੇਰੀ ਗੱਲ ਸੁਣੋ, ਜਿਵੇਂ ਹੁਣ ਮੈਂ ਤੁਹਾਨੂੰ ਦੱਸ ਹੀ ਦਿੰਦੀ ਹਾਂ ਕਿ ਲਾਈਕ ਮੈਂ ਕਿਹਨੂੰ ਸਪੋਰਟ ਕਰਦੀ ਹਾਂ। ਮੈਂ ਸਪੋਰਟ ਕਰਦੀ ਹਾਂ ਭਗਵੰਤ ਮਾਨ ਭਾਜੀ ਨੂੰ, ਮੈਂ ਸਪੋਰਟ ਕਰਦੀ ਹਾਂ ਸਿਮਰਨਜੀਤ ਸਿੰਘ ਮਾਨ ਨੂੰ, ਮੈਂ ਸਪੋਰਟ ਕਰਦੀ ਹਾਂ ਅਕਾਲੀ ਦਲ ਤੋਂ ਗੁਲਜ਼ਾਰੀ ਮੋਨਕ, ਪਲੇਅਰ ਰਹੇ ਨੇ ਔਰ ਹੀ ਇਜ਼ ਅ ਓਨੈਸਟ ਪਰਸਨ, ਉਹਨਾਂ ਨੇ ਮੋਰਚੇ 'ਚ ਵੀ ਬਹੁਤ ਕੰਮ ਕੀਤਾ। ਔਰ ਮੈਂ ਨਵਜੋਤ ਸਿੰਘ ਸਿੱਧੂ ਇਜ਼ ਅ ਗੁੱਡ ਪਰਸਨ ਐਂਡ ਫਰੈਂਕਲੀ ਸਪੀਕਿੰਗ, ਐਂਡ ਹੋਰ ਦੂਜੀਆਂ ਪਾਰਟੀਆਂ ਆਮ ਆਦਮੀ ਪਾਰਟੀ 'ਚੋਂ ਵੀ ਹੋ ਗਏ ਐਂਡ ਕਾਂਗਰਸ 'ਚੋਂ ਵੀ। ਕਿਸਾਨਾਂ ਦਾ ਜ਼ਿਕਰ, ਕਿਸਾਨਾਂ ਦੇ ਵਿੱਚੋਂ ਕਿਸੇ ਨੂੰ ਨਹੀਂ ਫਿਲਹਾਲ। ਰਾਜੇਵਾਲ ਸਾਹਿਬ, I don't know him personally, so I don't know him. ਮੈਂ ਉਹਨਾਂ ਨੂੰ ਇੰਨਾ ਨਹੀਂ ਜਾਣਦੀ ਜਿਵੇਂ ਮੈਂ ਉਗਰਾਹਾਂ ਸਾਹਿਬ ਨੂੰ ਜਾਣਦੀ ਹਾਂ। ਸੋ ਮੇਰੇ ਕਲੋਜ਼ ਜਿਹੜੇ ਰਹੇ ਆ, ਮੈਂ ਉਹਨਾਂ ਬਾਰੇ ਤੁਹਾਨੂੰ ਸੱਚ ਦੱਸਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਆਪਣੇ ਕਲੋਜ਼ ਦਿਲ ਦੇ ਕਰੀਬ ਕੌਣ ਰਹੇ ਨੇ, ਉਹ ਜਿਨ੍ਹਾਂ ਨਾਲ ਮੈਂ ਟਿਕਰੀ ਬਾਰਡਰ 'ਤੇ ਰਹੀ ਹਾਂ 1 ਸਾਲ, ਉਗਰਾਹਾਂ ਸਾਹਿਬ ਰਹੇ ਨੇ। ਔਰ ਜੇ ਉਗਰਾਹਾਂ ਸਾਹਿਬ ਇਲੈਕਸ਼ਨ ਲੜਦੇ ਤੇ ਜ਼ਰੂਰ ਮੈਂ ਉਹਨਾਂ ਨੂੰ ਸਪੋਰਟ ਕਰਦੀ, ਬਿਕਾਜ਼ ਆਈ ਰਿਸਪੈਕਟ ਹਿਮ। ਐਂਡ ਬਾਕੀ ਕੀਤੀ ਕਿਸਾਨ ਯੂਨੀਅਨ ਦੇ ਵਿੱਚੋਂ ਜੇ ਸਾਡੀ ਯੂਨੀਅਨ ਦੇ ਵਿੱਚੋਂ ਕੋਈ ਚੰਗਾ ਇਨਸਾਨ, ਜਿਵੇਂ ਖੜਖੜ ਅੰਕਲ ਹੁਣੀ ਨੇ, ਮੇਰੇ ਪਾਪਾ ਦੇ ਪੁਰਾਣੇ ਦੋਸਤ ਨੇ, ਉਹ ਲੜਦੇ ਤੇ ਮੈਂ ਉਹਨਾਂ ਨੂੰ ਸਪੋਰਟ ਕਰਦੀ। ਸੋ ਫਿਲਹਾਲ ਹਜੇ ਸੋਨੀਆ ਮਾਨ ਦਾ ਕਿਸੇ ਪਾਰਟੀ ਨੂੰ ਕੋਈ ਸਪੋਰਟ ਨਹੀਂ? ਯਾ ਦੈਟਸ ਵਾਟ ਤੁਸੀਂ ਦੇਖ ਹੀ ਰਹੇ ਹੋ। I'm not trusting anyone। ਜਿਨ੍ਹਾਂ ਨੂੰ ਮੈਨੂੰ ਥੋੜਾ ਲੱਗਦਾ ਹੈ ਕਿ ਇਹ ਠੀਕ ਨੇ, ਰਾਈਟ। ਔਰ ਸੀਐਮ ਚੰਨੀ ਦਾ ਜ਼ਿਕਰ ਨਹੀਂ ਕੀਤਾ ਤੁਸੀਂ ਕੀਤਾ? ਬਿਕਾਜ਼ ਆਈ ਡੋਂਟ ਨੋ ਹਿਮ। ਮੈਂ ਉਹਨਾਂ ਨੂੰ ਕਦੀ ਮਤਲਬ ਉਵੇਂ ਸਤਿ ਸ਼੍ਰੀ ਅਕਾਲ ਹੋਈ ਆ, ਆਈ ਡੋਂਟ ਨੋ ਹਿਮ। ਮੈਂ ਉਹਨਾਂ ਨੂੰ ਪਰਸਨਲੀ ਨਹੀਂ ਜਾਣਦੀ। ਸੋ ਮੈਂ ਪਰਸਨਲੀ ਜਿਨ੍ਹਾਂ ਨੂੰ ਮਿਲੀ ਹਾਂ, ਮੈਂ ਨਵਜੋਤ ਸਿੰਘ ਸਿੱਧੂ ਨੂੰ ਮਿਲੀ ਹਾਂ ਔਰ ਮੈਨੂੰ ਉਹਨਾਂ ਦੇ ਜਿਹੜੇ ਵਿਚਾਰ ਸੁਣ ਕੇ ਠੀਕ ਲੱਗੇ, ਵਧੀਆ ਲੱਗੇ। ਉਹਨਾਂ ਦੀ ਵਾਈਫ ਦੇ ਵੀ ਸੁਣ ਕੇ ਵਧੀਆ ਲੱਗਦਾ ਹੈ ਕਿ ਮੈਨੂੰ ਕੰਸਟਰਕਟਿਵ ਸੋਚ ਆ ਉਹਨਾਂ ਦੀ, ਉਹ ਵਧੀਆ ਕਰ ਸਕਦੇ ਆ ਪੰਜਾਬ ਵਾਸਤੇ। ਔਰ ਮੈਨੂੰ ਇਹਨਾਂ ਦੀ ਭਗਵੰਤ ਮਾਨ ਭਾਜੀ ਪਰਸਨਲੀ ਮੈਂ ਉਹਨਾਂ ਨੂੰ ਸਪੋਰਟ ਕਰਦੀ ਹਾਂ, ਅਨਮੋਲ ਨੂੰ ਕਰਦੀ ਹਾਂ, ਸਿਮਰਨਜੀਤ ਸਿੰਘ ਮਾਨ ਨੂੰ ਕਰਦੀ ਹਾਂ। ਸੋ ਗੁਲਜ਼ਾਰੀ ਭਾਈ ਹੋ ਗਏ,
ਸੋ ਮੈਨੂੰ ਬੇਸਿਕਲੀ ਜਿਹੜੇ ਮੇਰੇ ਪਰਸਨਲੀ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਔਰ ਜਿਨ੍ਹਾਂ ਤੇ ਮੈਨੂੰ ਲੱਗਦਾ ਵੀ ਹਾਂ ਇਹ ਚੰਗੇ ਲੋਕ ਹੈ, ਇਹਨਾਂ ਦੀ ਚੰਗੀ ਸੋਚ ਹੈ। ਭਗਵੰਤ ਮਾਨ ਭਾਜੀ ਤੁਹਾਨੂੰ ਇਹ ਕਹਿ ਦੇਣ ਕਿ ਹਾਂ ਤੁਸੀਂ ਚਲੋ ਜੋ ਤੁਸੀਂ ਕਹਿ ਰਹੇ ਹੋ ਕਿ ਇਹ ਸਾਡੀ ਪਾਰਟੀ ਇਹ ਕਰੇਗੀ, ਜਾਂ ਸਿੱਧੂ ਸਾਹਿਬ ਕਹਿ ਦੇਣ ਕਿ ਜੋ ਤੁਹਾਡੀਆਂ ਤੁਸੀਂ ਮੰਗ ਰੱਖਦੇ ਹੋ ਕਿ ਪੰਜਾਬ ਦੀ, ਕਿਉਂਕਿ ਸਿੱਧੂ ਸਾਹਿਬ ਵੀ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹੁੰਦੇ ਨੇ, ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਜਾਂ ਡਰੱਗ ਮਾਫੀਆ ਵੀ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੈ, ਤੇ ਇੱਥੋਂ ਤੱਕ ਕਿ ਸੰਸਦ ਦੇ ਵਿੱਚ ਭਗਵੰਤ ਮਾਨ ਹਮੇਸ਼ਾ ਆਵਾਜ਼ ਬੁਲੰਦ ਕਰਦੇ ਆਏ ਨੇ। ਇਹਨਾਂ ਦੋਨਾਂ 'ਚੋਂ ਜੇ ਤੁਹਾਨੂੰ ਆਫਰ ਦਿੰਦੇ ਨੇ ਕਿ ਹਾਂ ਅਸੀਂ ਇਹ ਤੁਹਾਡਾ ਜੋ ਤੁਸੀਂ ਮੰਗ ਰੱਖਦੇ ਹੋ ਕਿ ਅਸੀਂ ਰੱਖਦੇ ਹਾਂ ਵੀ ਕਰਾਂਗੇ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ, ਕਿ ਸੋਨੀਆ ਮਾਨ ਉਹਨਾਂ ਦੇ ਵਿੱਚ ਜਾਣਗੇ? ਵੇਖੋ ਮੈਂ ਉਹਨਾਂ ਨੂੰ ਸਪੋਰਟ ਕਰਦੀ ਹਾਂ, ਲਾਈਕ ਮੈਨੂੰ ਉਹਨਾਂ ਦੀ ਸੋਚ ਚੰਗੀ ਲੱਗਦੀ ਆ। ਭਗਵੰਤ ਮਾਨ ਭਾਜੀ ਨੇ ਇਕੱਲੇ ਸੀਗੇ ਜਿਨ੍ਹਾਂ ਨੇ ਪਾਰਲੀਮੈਂਟ 'ਚ ਇੰਨਾ ਜ਼ਿਆਦਾ ਕਿਸਾਨਾਂ ਨੂੰ ਸਪੋਰਟ ਕੀਤੀ ਸੀਗੀ। ਸਿੱਧੂ ਸਾਹਿਬ ਨੇ ਲਾਈਕ ਹਮੇਸ਼ਾ ਮੈਨੂੰ ਉਹਨਾਂ ਦੀ ਬਹੁਤ ਸਾਰੀਆਂ ਪਹਿਲੋਂ ਗੱਲਾਂ ਮੈਨੂੰ ਲੱਗਦੀਆਂ ਸੀਗੀਆਂ ਕਿ ਵਾਈ ਹੀ ਇਜ਼ ਡੂਇੰਗ ਸੋ ਦਿਸ ਈਚ ਐਂਡ ਐਵਰੀਥਿੰਗ, ਬਟ ਨਾਓ ਆਈ ਬਿਲੀਵ ਸੋ ਕਿ ਕਿਤੇ ਨਾ ਕਿਤੇ ਜਿਵੇਂ ਮੈਨੂੰ ਕਹਿੰਦੇ ਨੇ ਕਿ ਤੂੰ ਫਲਿਕਰੀ ਆ, ਤੂੰ ਕਦੀ ਆ ਕਹਿੰਦੀ ਆ, ਤੂੰ ਕਦੀ ਆ ਕਹਿੰਦੀ ਆ, ਬਟ ਯੂ ਨੋ ਵਾਟ ਇਹ ਨੈਚੁਰਲ ਲਾਈਫ ਆ ਤੁਹਾਡੀ, ਵੀ ਤੁਹਾਨੂੰ ਨਹੀਂ ਕਦੀ ਤੁਹਾਨੂੰ ਨਹੀਂ ਸਮਝ ਲੱਗਦੀ ਵੀ ਇਹ ਸਹੀ ਹੈ ਇਹ ਗਲਤ ਹੈ, ਤੁਸੀਂ ਸਿੱਖਣ ਤੋਂ ਹੀ ਸਿੱਖਦੇ ਹੋ ਸਾਰੀਆਂ ਗੱਲਾਂ। ਸੋ ਮੈਨੂੰ ਸਿੱਖਣ ਤੋਂ ਹੀ ਮੈਨੂੰ ਪਤਾ ਲੱਗਾ, ਨੌਲੇਜ ਹੋਈ ਹੈ ਸਾਰੀਆਂ ਗੱਲਾਂ ਦੀ। ਸੋ ਬਾਕੀ ਮੈਨੂੰ ਇਹ ਲੱਗਦਾ ਕਿ ਅਨਮੋਲ ਗਗਨ ਮਾਨ ਨੂੰ ਖਰੜ ਤੋਂ ਇਲੈਕਸ਼ਨ ਨਹੀਂ ਲੜਨੀ ਚਾਹੀਦੀ ਸੀਗੀ, ਉਹਨਾਂ ਨੂੰ ਕਿਤੋਂ ਮਾਲਵੇ ਸਾਈਡ ਤੋਂ ਆਪਣੇ ਹਲਕੇ ਤੋਂ ਲੜਨੀ ਚਾਹੀਦੀ ਸੀਗੀ, ਕਿਉਂਕਿ ਖਰੜ ਇਜ਼ ਨੋਟ ਫॉर ਹਰ। ਔਰ ਮੈਨੂੰ ਇੱਥੋਂ ਲੱਗਦਾ ਮੈਂ ਉਹਦੀ ਵੈਲ ਵਿਸ਼ਰ ਹਾਂ, ਇਸ ਕਰਕੇ ਮੈਨੂੰ ਲੱਗਦਾ ਬਾਕੀ ਕਿਉਂਕਿ ਉਹਨੇ ਆਪਣਾ ਕਰੀਅਰ ਛੱਡ ਕੇ ਔਰ ਬਹੁਤ ਹਾਰਡ ਵਰਕ ਕੀਤਾ। ਸੋ ਇਸ ਗੱਲ ਕਿ ਮੈਨੂੰ ਲੱਗਦਾ ਵੀ ਜਿਹੜਾ ਕਲਾਕਾਰ ਆਪਣਾ ਸਭ ਕੁਝ ਸੈਕਰੀਫਾਈਸ ਕਰਕੇ ਆਵੇ ਉਹਨੂੰ ਜਿੱਤਣਾ ਵੀ ਚਾਹੀਦਾ ਹੈ ਫਿਰ ਔਰ ਇਹ ਮੇਰਾ ਇੱਕ ਪਰਸਨਲ ਕੰਸਰਨ ਸੀਗਾ। ਬਾਕੀ ਤੇ ਚਲੋ ਪੰਜਾਬ ਦੇ ਵਿੱਚ ਜੋ ਹੋ ਹੀ ਰਿਹਾ ਉਹ ਹੋ ਰਿਹਾ, ਸੋ ਮੈਂ ਇਹਨਾਂ ਦੀ ਇਲੈਕਸ਼ਨ ਸਪੋਰਟ ਕਰਨ ਜਾ ਸਕਦੀ ਹਾਂ। ਸੋ ਸਵਾਲ ਮੈਂ ਉਹੀ ਕੀਤਾ ਸੀ, ਉਹਦਾ ਜਵਾਬ ਜਿਹੜਾ ਸੋਨੀਆ ਮਾਨ ਨੇ ਸਹੀ ਨਹੀਂ ਦਿੱਤਾ ਹੈਗਾ ਕਿ ਜੇ ਤੁਹਾਨੂੰ ਆਫਰ ਕਰਦੇ ਨੇ ਕਿ ਤੁਹਾਡੀਆਂ ਉਹ ਚੀਜ਼ਾਂ ਅਸੀਂ ਮੰਨਾਂਗੇ ਤਾਂ ਕੀ ਸੋਨੀਆ ਮਾਨ ਜੇ ਭਗਵੰਤ ਮਾਨ ਭਾਈ ਦੇ ਹੱਥ ਦੇ ਵਿੱਚ ਸਾਰੀ ਬਾਗਡੋਰ ਆ ਜਾਂਦੀ ਹੈ ਪੰਜਾਬ ਦੀ, ਜੇ ਉਹ ਡਿਸੀਜਨ ਮੇਕਿੰਗ ਕਰਨਗੇ ਸਾਰੇ, ਦਿੱਲੀ ਤੋਂ ਪਾਵਰ ਨਹੀਂ ਚੱਲੂਗੀ, ਦੈਨ ਆਈ ਬਿਲੀਵ ਸੋ ਰਾਈਟ, ਕਿਉਂਕਿ ਉਹਨਾਂ ਦੇ ਵਿਚਾਰਿਆਂ ਦੇ ਹੱਥ 'ਚ ਵੀ ਮੈਨੂੰ ਲੱਗਦਾ ਨਹੀਂ ਵੀ ਸਾਰੀਆਂ ਗੱਲਾਂ ਹੈਗੀਆਂ ਨੇ, ਬਟ ਮੈਂ ਤਾਂ ਉਹਨਾਂ ਨੂੰ ਹੀ ਸਪੋਰਟ ਕਰਦੀ ਹਾਂ। ਬਾਕੀ ਰਹੀ ਗੱਲ ਸਿੱਧੂ ਸਾਹਿਬ ਦੀ, ਔਰ ਸਿੱਧੂ ਸਾਹਿਬ ਨੂੰ ਇੱਕ ਕੁਐਸਚਨ ਜ਼ਰੂਰ ਕੀਤਾ ਸੀਗਾ, ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਕਹਿੰਦੇ ਸੀਗੇ ਕਿ ਕਾਂਗਰਸ ਦੇ ਵਿੱਚ ਚੇਂਜ ਆ ਜਾਊਗਾ, ਔਰ ਕਿਉਂਕਿ ਮੈਨੂੰ ਪਿੱਛੇ ਪ੍ਰਿੰਕਾ ਗਾਂਧੀ ਜੀ ਦੀ ਟੀਮ ਵੱਲੋਂ ਆਇਆ ਸੀਗਾ ਕਿ ਤੁਸੀਂ ਨੋਇਡਾ ਔਰ ਉੱਥੇ ਮੈਂ ਲੜਕੀ ਹੂੰ ਲੜ ਸਕਤੀ ਹੂੰ ਉਹਦੇ ਵਾਸਤੇ ਤੁਸੀਂ ਕੈਂਪੇਨ ਕਰਨ ਵਾਸਤੇ ਆਓ। ਮੈਂ ਇੱਕੋ ਗੱਲ ਉਹਨਾਂ ਨੂੰ ਕੁਐਸਚਨ ਕੀਤੀ ਸੀ, ਵੇਖੋ ਮੈਂ ਸੱਚ ਬੋਲਦੀ ਹਾਂ ਰਾਈਟ, ਮੈਂ ਇਹ ਗੱਲ ਕਹੀ ਸੀਗੀ ਕਿ ਜੇ ਤੁਸੀਂ ਕੁੜੀਆਂ ਦੀਆਂ ਗੱਲਾਂ ਕਰਦੇ ਹੋ ਤੇ ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਪੰਜਾਬ ਦੇ ਵਿੱਚ ਕਿੰਨੀਆਂ ਕੁੜੀਆਂ ਨੂੰ ਟਿਕਟ ਦੇ ਰਹੇ ਹੋ, ਰਾਈਟ। ਮੈਂ ਲੜਕੀ ਹੂੰ ਲੜ ਸਕਤੀ ਹੂੰ ਤੁਸੀਂ ਇੱਕ ਮੁਹਿੰਮ ਚਾਲੂ ਕੀਤੀ ਹੈ, ਸਿਰਫ ਇੱਕ ਨਾਮ ਦੀ ਮੁਹਿੰਮ ਤਾਂ ਨਹੀਂ ਨਾ ਚਾਲੂ ਕੀਤੀ। ਮੈਂ ਉਸੇ ਵਾਸਤੇ ਸਿੱਧੂ ਸਾਹਿਬ ਨੂੰ ਵੀ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਕਿੰਨੀਆਂ ਕੁੜੀਆਂ ਆ ਜਿਨ੍ਹਾਂ ਨੂੰ ਤੁਸੀਂ ਟਿਕਟ ਦਿੱਤੀ ਹੈ, ਔਰ ਆਪਾਂ ਗੱਲ ਕਰਦੇ ਹਾਂ ਕਿ ਅੱਛਾ ਠੀਕ ਆ ਜੀ ਕੈਪਟਨ ਸਾਹਿਬ ਚਲੇ ਗਏ, ਕੈਪਟਨ ਸਾਹਿਬ ਇੱਕ CM ਸੀਗੇ ਉਹ ਚਲੇ ਗਏ, ਚੇਂਜ ਹੋ ਗਏ, ਪਰ 117 ਸੀਟਾਂ ਤੇ ਉਹੀ MLA ਹੈ ਨਾ, ਕਿਉਂ ਨਹੀਂ ਉਹਨਾਂ ਨੂੰ ਬਦਲਿਆ ਗਿਆ? ਜੋ ਇੰਨੇ ਕਰਪਟ ਸੀਗੇ, ਉਹ ਸਰਕਾਰ ਇੰਨੀ ਖਰਾਬ ਸੀਗੀ 4.5 ਸਾਲ, ਜੇ ਕੈਪਟਨ ਸਾਹਿਬ ਬੈਠੇ ਸੀਗੇ ਸਾਡੇ ਥੱਲੇ ਤੇ ਉਹੀ ਆਈ ਥਿੰਕ ਉਹਨਾਂ ਨੂੰ ਹੀ ਟਿਕਟਾਂ ਮਿਲੀਆਂ ਆ, ਇੱਕ ਅੱਧਾ ਹੋਊਗਾ ਜਿਹਨੂੰ ਚੇਂਜ ਕਰਤੀ ਹੋਊਗੀ, ਬਾਕੀ ਤੇ ਉਹੀ ਨੇ ਸਾਰੇ ਦੇ ਸਾਰੇ। ਤੇ ਫਿਰ ਜੇ ਉਹ ਕਰਪਟ ਸੀਗੇ, ਕੈਪਟਨ ਸਾਹਿਬ ਇਕੱਲੇ ਕਰਪਟ ਨਹੀਂ ਸੀਗੇ, ਉਹ ਵੀ ਸੀਗੇ ਨਾ, ਫਿਰ ਕਿਉਂ ਨਹੀਂ ਨਵੇਂ ਚਿਹਰੇ ਲੈ ਕੇ ਆਉਂਦੇ? ਫਿਰ ਕਿਉਂ ਨਹੀਂ ਸਟੂਡੈਂਟ ਪੋਲੀਟਿਕਸ ਦੇ ਵਿੱਚੋਂ ਨਵੇਂ ਚਿਹਰੇ ਚੁੱਕੇ? ਇਹ ਵੀ ਤੇ ਇੱਕ ਕੁਐਸਚਨ ਹੈ, ਇਹ ਸੱਚ ਦਾ ਕੁਐਸਚਨ ਹੈ। ਤੇ ਉਹ ਵੀ ਕਹਿੰਦੇ ਸੀਗੇ ਕਿ ਹੌਲੀ ਹੌਲੀ ਚੇਂਜ ਆਊਗਾ, ਐਡੀ ਛੇਤੀ ਚੇਂਜ ਨਹੀਂ ਆ ਸਕਦਾ। ਆਈ ਐਮ ਟਰਾਈਂਗ ਮਾਈ ਲੈਵਲ ਬੈਸਟ ਫॉर दैट, ਬਿਕਾਜ਼ ਅਸੀਂ ਤੇ ਇਹੀ ਕੁਐਸਚਨ ਕਰਾਂਗੇ ਵੀ ਜੇ ਕੈਪਟਨ ਸਾਹਿਬ ਨੂੰ ਬਦਲਿਆ ਸੀਗਾ ਤੇ ਉਹਦੇ ਪਿੱਛੇ ਰੀਜ਼ਨ ਕੀ ਸੀਗਾ? ਉਹਦੇ ਪਿੱਛੇ ਜੇ ਇਹ ਰੀਜ਼ਨ ਸੀਗਾ ਸੀ ਹੀ ਇਜ਼ ਨਾਟ ਅ ਗੁੱਡ CM, ਦੈਨ ਅਨਦਰ CM ਕੇਮ, ਦੈਨ ਅੱਛਾ ਫਿਰ 117 ਸੀਟਾਂ ਦੇ ਉੱਤੇ ਤੇ ਉਹੀ ਰੇਤ ਮਾਫੀਆ ਚੱਲ ਰਿਹਾ, ਉਹੀ ਸ਼ਰਾਬਾਂ ਦੇ ਟਿੱਕੇ ਚੱਲ ਰਿਹਾ, ਦੈਨ ਵਾਟ ਇਜ਼ ਦ ਡਿਫਰੈਂਸ? ਸੋ ਸੱਚ ਤੇ ਸੱਚ ਹੈ ਜੀ, ਜੋ ਹੈ ਮਤਲਬ ਆਲ ਓਵਰ ਆਈ ਕੈਨ ਸੇ, ਜੋ ਮੈਨੂੰ ਲੱਗਦਾ ਹੈ ਜਿਹਦੇ ਪ੍ਰਤੀ ਮੈਂ ਉਹ ਬੋਲ ਦਿੰਦੀ ਹਾਂ। ਸੋ ਆਈ ਬਿਲੀਵ ਕਿ ਜੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਚੇਂਜ ਆ ਜਾਏ ਦੈਨ ਪੰਜਾਬ ਦੀ ਸਿਆਸਤ ਚੇਂਜ ਹੋ ਸਕਦੀ ਹੈ, ਔਰ ਜੇ ਪਰਿਵਾਰਵਾਦ ਖਤਮ ਹੋ ਜਾਏ, ਚੰਗੇ ਲੋਕਾਂ ਨੂੰ ਮੌਕਾ ਦਿੱਤਾ ਜਾਵੇ, ਔਰ ਇਹ ਨਾ ਵੇਖਿਆ ਜਾਵੇ ਕਿ ਕਿਹਦੇ ਕੋਲ ਕਿੰਨਾ ਪੈਸਾ ਆ, ਔਰ ਇਹ ਨਾ ਵੇਖਿਆ ਜਾਵੇ ਕਿ ਇਲੈਕਸ਼ਨ ਲੜਨ ਵਾਸਤੇ ਇੰਨੇ ਪੈਸੇ ਚਾਹੀਦੇ ਨੇ, ਔਰ ਇੱਕ IT ਸੈੱਲ ਦਾ ਸਿਸਟਮ ਖਤਮ ਹੋ ਜਾਏ, ਇੱਕ ਦੂਜੇ ਨੂੰ ਗਾਲਾਂ ਕੱਢਣ ਵਾਲਾ, ਇੱਕ
ਇੱਕ ਸੱਚ ਦੇ ਆਧਾਰ ਦੇ ਉੱਤੇ ਚੁਣਿਆ ਜਾਵੇ। ਜੋ ਲੋਕ ਤੁਹਾਨੂੰ ਆਈਟੀ ਸੈੱਲ ਦਾ ਜ਼ਿਕਰ ਕਰ ਰਹੇ ਹੋ ਜਾਂ ਲੋਕਾਂ ਦੇ ਵੱਲੋਂ ਕਿਤੇ ਵੀ ਕਮੈਂਟ ਕੀਤੇ ਜਾਂਦੇ ਨੇ ਤੁਹਾਨੂੰ ਸਿਆਸਤ ਦੇ ਵਿੱਚ ਆਉਣ ਨੂੰ ਲੈ ਕੇ, ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਇਹ ਬਹੁਤ ਸਾਰੀਆਂ ਗੱਲਾਂ ਆਈ ਬਿਲੀਵ ਮੈਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਅੱਜ, ਔਰ ਬਹੁਤ ਸਾਰੀਆਂ ਗੱਲਾਂ ਦੇ ਵਿੱਚੋਂ ਪਤਾ ਲੱਗ ਹੀ ਗਿਆ ਹੋਊਗਾ ਕਿ ਮੈਂ ਕੀ ਕਹਿਣਾ ਚਾਹੁੰਦੀ ਹਾਂ ਔਰ ਕੀ ਨਹੀਂ ਕਹਿਣਾ ਚਾਹੁੰਦੀ, ਔਰ ਕੀ ਮੇਰਾ ਮਾਈਂਡ ਸੈਟ ਆ ਪੋਲੀਟਿਕਸ ਨੂੰ ਲੈ ਕੇ, ਲੋਕਾਂ ਦੇ ਪ੍ਰਤੀ ਔਰ ਸਾਰੀਆਂ ਚੀਜ਼ਾਂ ਦੇ ਪ੍ਰਤੀ। ਸੋ ਮੇਰੀਆਂ ਜਿਹੜੀਆਂ ਗੱਲਾਂ ਸੀਗੀਆਂ ਉਹਦਾ ਨਿਚੋੜ ਇਹੀ ਨਿਕਲਦਾ ਹੈ ਕਿ ਤੁਹਾਨੂੰ ਆਪ ਨੂੰ ਖੁਦ ਨੂੰ ਸਮਝਦਾਰ ਹੋਣਾ ਚਾਹੀਦਾ, ਤੁਹਾਨੂੰ ਆਪ ਨੂੰ ਸਮਝਣਾ ਚਾਹੀਦਾ ਕੌਣ ਸਹੀ ਆ ਕੌਣ ਗਲਤ ਆ, ਕਿਉਂਕਿ ਜੇ ਮੈਂ ਵੋਟ ਪਾਊਂਗੀ ਮੈਂ ਬਹੁਤ ਸੋਚ ਸਮਝ ਕੇ ਪਾਊਂਗੀ ਕਿ ਮੈਂ ਕਿਹਨੂੰ ਵੋਟ ਪਾਉਣੀ ਆ। ਔਰ ਮੈਨੂੰ ਲੱਗਦਾ ਹੈ ਕਿ ਜੇ ਤੁਹਾਨੂੰ ਸਹੀ ਕੈਂਡੀਡੇਟ ਨਹੀਂ ਲੱਗਦਾ ਤੁਸੀਂ ਨੋਟਾ ਦਾ ਬਟਨ ਦਬ ਸਕਦੇ ਹੋ, ਬਜਾਏ ਕਿ ਤੁਸੀਂ ਆਪਣੇ ਈਮਾਨ ਨੂੰ ਵੇਚਣਾ, ਕਿਉਂਕਿ ਸਰੀਰ ਦੇ ਮਰਨ ਨੂੰ ਮਰਨਾ ਨਹੀਂ ਆਖਦੇ, ਆਪਣੇ ਜ਼ਮੀਰ ਨੂੰ ਮਰਨਾ ਆਖਦੇ ਆ। ਸੋ ਆਪਣਾ ਜ਼ਮੀਰ ਜਿਹੜਾ ਹੈ ਨਾ ਉਹ ਨਾ ਮਾਰੋ ਔਰ ਆਪਣੀ ਇੱਕ ਸੈਲਫ ਰਿਸਪੈਕਟ ਰੱਖੋ। ਦੈਟਸ ਵਾਟ ਆਈ ਸੇ। ਸੋ ਸਵਾਲਾਂ ਦੀ ਲੜੀ ਮੈਂ ਇੱਥੇ ਹੀ ਖਤਮ ਕਰਦੀ ਹਾਂ। ਬਹੁਤ ਬਹੁਤ ਸ਼ੁਕਰੀਆ ਦਾ ਸਮਰ ਨਿਊਜ਼ ਨਾਲ ਗੱਲਬਾਤ ਕਰਨ ਦੇ ਲਈ। ਸੋ ਲਗਾਤਾਰ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਸਨ ਕਿ ਸੋਨੀਆ ਮਾਨ ਸਿਆਸਤ ਦੇ ਵਿੱਚ ਆਉਣਗੇ, ਉਹਨਾਂ ਨੇ ਜ਼ਿਕਰ ਕੀਤਾ ਕਿ ਜੋ ਪੰਜਾਬ ਦੀ ਹੱਕ ਦੀ ਗੱਲ ਕਰੇਗਾ, ਪੰਜਾਬ ਦੇ ਪੰਜਾਬੀਅਤ ਦੀ ਗੱਲ ਕਰੇਗਾ, ਉਹ ਉਹਨਾਂ ਨਾਲ ਸਪੋਰਟ ਕਰਨਗੇ ਚਾਹੇ ਉਹ ਕੋਈ ਵੀ ਪਾਰਟੀ ਹੋਵੇ। ਸੋ ਅੱਜ ਦੀ ਇਹ ਗੱਲਬਾਤ ਇੱਥੇ ਖਤਮ ਕਰਦੇ ਹਾਂ ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਦਾ ਸਮਰ ਨਿਊਜ਼ ਦੇ ਨਾਲ।